ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਹੈ ਭਾਰਤ ਦੇ ਜੋ 75 ਵਰ੍ਹੇ ਹੋ ਗਏ ਨੇ ਆਜ਼ਾਦ ਹੋਇਆ ਨੂੰ, ਤੇ ਉਹਦੀ ਰੂਪਰੇਖਾ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਕੀ ਕੀ ਵਾਪਰਿਆ ਹੈ, ਕੀ ਕੀ ਘਟਨਾਵਾਂ ਹੋਈਆਂ। ਥੋੜ੍ਹੀ ਜਿਹੀ ਆਪਾਂ ਯਾਦ ਦਵਾ ਦਈਏ ਕਿ ਉਸ ਸਮੇਂ ਨੂੰ, ਕਿ 15 ਅਗਸਤ ਆਪਾਂ 47 ਦੀ ਗੱਲ ਕਰਦੇ ਹਾਂ, ਪਰ ਇਹ ਜਿਹੜੀਆਂ ਘਟਨਾਵਾਂ ਸਨ, ਇਹ ਦੱਸਿਆ ਜਾ ਰਿਹਾ ਕਿ ਮਾਰਚ ਅਪ੍ਰੈਲ 1947 ਤੋਂ ਸ਼ੁਰੂ ਹੋ ਗਈਆਂ ਸਨ। ਤੇ ਲੋਕਾਂ ਦਾ ਜਿਹੜਾ ਬਹੁਤ ਵੱਡਾ ਬਟਵਾਰਾ, ਬਹੁਤ ਵੱਡੀ ਜਿਹੜੀ ਉਥਲ ਪੁਥਲ ਜਿਹੜੀ ਦੇਖਣ ਨੂੰ ਮਿਲੀ ਹੈ ਕਿ 10 ਲੱਖ ਲੋਕ ਘਰੋਂ ਬੇਘਰ ਹੋ ਗਏ ਸਨ, ਤੇ ਲੱਖਾਂ ਹੀ ਲੋਕ ਇਸ ਕਮਸਾਨ ਦੇ ਉਥਲ ਪੁਥਲ ਦੇ ਦੌਰਾਨ ਮਾਰੇ ਗਏ ਜਾਂ ਕਤਲ ਕਰ ਦਿੱਤੇ ਗਏ। ਭਾਵ ਕਿ ਮਨੁੱਖਤਾ ਦਾ ਖੂਨ ਡੋਲਿਆ। ਜਿੱਥੇ ਸਿੱਖ ਹਿੰਦੂ ਕਤਲ ਹੋਏ ਪਾਕਿਸਤਾਨ ਦੇ ਵਿੱਚ ਜਾਂ ਲਹਿੰਦੇ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਉਧਰ ਦੂਜੇ ਪਾਸੇ ਦੇਖਦੇ ਆ ਭਾਰਤ ਦੇ ਵਿੱਚ ਵੀ ਮੁਸਲਮਾਨ ਜਿਹੜੇ ਭਾਈਚਾਰੇ ਦਾ ਵੀ ਬਹੁਤ ਕਤਲੇਆਮ ਕੀਤਾ ਗਿਆ। ਤੇ ਇਸੇ ਤਰ੍ਹਾਂ ਅਸੀਂ ਗੱਲ ਕਰਾਂਗੇ ਕਿ ਬੰਗਾਲ ਨੂੰ ਵੀ 2 ਥਾਵਾਂ ਦੇ ਉੱਤੇ ਵੰਡਿਆ ਗਿਆ ਸੀ। ਇਹ ਜਿਹੜੀ ਵੰਡ ਹੋਈ ਸੀ, ਆਪਾਂ ਗੱਲ ਕਰਦੇ ਹਾਂ ਕਿ ਪਤਾ ਲੱਗਾ ਕਿ 4.5 ਲੱਖ ਕਿਲੋਮੀਟਰ ਜਿਹੜਾ ਏਰੀਆ ਸੀ, ਇਸ ਨੂੰ ਵੰਡਣ ਦਾ ਜਿਹੜਾ ਜ਼ਿੰਮਾ ਸੀ ਉਹ ਸਰ ਰੈਡਕਲਿਫ ਨੂੰ ਦਿੱਤਾ ਗਿਆ ਸੀ। ਤੇ ਇਸੇ ਕਰਕੇ ਇਸ ਲਾਈਨ ਨੂੰ, ਜਿਹੜੀ ਵਾਘੇ ਦੀ ਲਾਈਨ ਹੈ, ਤੇ ਦੂਜੇ ਪਾਸੇ ਜਿਹੜੀ ਬੰਗਾਲ ਦੀ ਜਿਹੜੀ ਲਾਈਨ ਹੈ, ਉਹਨੂੰ ਅਸੀਂ ਰੈਡਕਲਿਫ ਲਾਈਨ ਵੀ ਕਹਿੰਦੇ ਹਾਂ। ਤਸਵੀਰਾਂ ਵੀ ਨਾਲ ਦੀ ਨਾਲ ਦਿਖਾਵਾਂਗੇ। ਉਹਨਾਂ ਯੋਧਿਆਂ ਨੂੰ, ਉਹਨਾਂ ਗਦਰੀ ਬਾਬਿਆਂ ਨੂੰ, ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਾਂਗੇ। ਉਹਨਾਂ ਨੂੰ ਵੀ ਅਸੀਂ ਸਲਾਮ ਕਰਾਂਗੇ, ਜਿਨ੍ਹਾਂ ਨੇ ਕਿਹਾ ਸੀ ਕਿ ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਦੀ ਸੇਵਾ ਦੇ ਵਿੱਚ ਪੈਰ ਧਰਿਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਾ ਘਬਰਾ ਜਾਣਾ। ਸੋ ਇਹ ਜਿਹੜਾ ਉਹਨਾਂ ਦਾ ਇਰਾਦਾ ਸੀ, ਉਹਨਾਂ ਦਾ ਸੁਪਨਾ ਸੀ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਹੈ, ਪਰ ਉਸ ਦੀ ਜਿਹੜੀ ਆਜ਼ਾਦੀ ਦਾ ਜਿਹੜਾ ਮੁੱਲ ਹੈ, ਬੜਾ ਮਹਿੰਗਾ ਮੁੱਲ ਤਾਰਨਾ ਪਿਆ। ਅਸੀਂ ਅੱਜ ਗੱਲ ਕਰਾਂਗੇ ਉਸ ਆਜ਼ਾਦੀ ਦੇ 75 ਸਾਲਾਂ ਦੇ ਵਿੱਚ ਹੁਣ ਆਜ਼ਾਦ ਹੋ ਕੇ ਭਾਰਤ ਨੇ ਕਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ, ਇਹਨਾਂ ਬਾਰੇ ਵੀ ਗੱਲ ਕਰਾਂਗੇ। ਤੇ ਸਾਡੇ ਨਾਲ ਸਾਡੇ ਮੁੱਖ ਮਹਿਮਾਨ ਜੁੜਨਗੇ ਪੰਜਾਬ ਤੋਂ ਡਾਕਟਰ ਗੁਰਕਵਾਲ ਸਿੰਘ ਜੀ ਕਾਹਲੋਂ, ਤੇ ਨਾਲ ਦੀ ਨਾਲ ਸਾਡੇ ਸ਼੍ਰੋਮਣੀ ਪੱਤਰਕਾਰ ਜਸਵੀਰ ਸਿੰਘ ਜੀ ਪੱਟੀ ਜੀ, ਤੇ ਡਾਕਟਰ ਬਲਦੇਵ ਕੰਦੋਲਾ ਜੀ ਸਾਡੇ ਨਾਲ ਜੁੜਦੇ ਨੇ ਬਰਤਾਨੀਆ ਤੋਂ। ਆਓ ਅਸੀਂ ਸਾਰੇ ਮਹਿਮਾਨਾਂ ਦਾ ਸਭ ਤੋਂ ਪਹਿਲਾਂ ਹਾਰਦਿਕ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ ਜੀ, ਤੁਹਾਤੋਂ ਅਸੀਂ ਸ਼ੁਰੂ ਕਰਾਂਗੇ ਗੱਲਬਾਤ। ਤੁਸੀਂ ਕਹਿ ਰਹੇ ਹੋ ਕਿ ਇਹ 75ਵਾਂ ਜਿਹੜਾ ਮਹਾ ਉਤਸਵ, ਅੰਮ੍ਰਿਤ ਮਹਾ ਉਤਸਵ ਮਨਾਇਆ ਜਾ ਰਿਹਾ ਹੈ ਭਾਰਤ ਦੇ ਵਿੱਚ, ਕਿਹੜੀਆਂ ਸਰਗਰਮੀਆਂ ਨੇ, ਜਾਂ ਜੋ ਆਜ਼ਾਦੀ ਦਾ ਜੋ ਪਿਛੋਕੜ ਹੈ, ਉਸ ਵੰਡ ਦਾ, ਬਟਵਾਰੇ ਦੀ ਜਿਹੜੀਆਂ ਤਸਵੀਰਾਂ ਆਪਾਂ ਦੇਖੀਆਂ ਨੇ, ਉਹਨਾਂ ਦੇ ਰੂਬਰੂ ਤੁਸੀਂ ਇਸ ਵੇਲੇ ਆਪਣੀ ਗੱਲ ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਆ ਪੱਟੀ ਸਾਹਿਬ ਜੀ? ਮੈਂ ਇਹਨੂੰ ਸ਼ੁਰੂ ਕਰਾਂਗਾ ਜੀ 1600 ਤੋਂ। 1600 ਈਸਵੀ ਵਿੱਚ ਜੌਨ ਵਾਸ਼ ਤੇ ਜਾਰਜ ਵਾਈਟ ਨੇ ਈਸਟ ਕੰਪਨੀ ਜਿਹੜੀ ਸਥਾਪਨਾ ਕੀਤੀ ਸੀ ਉਹਦੀ। 1750 ਦੇ ਈਸਟ ਜਿਹੜੀ ਭਾਰਤ ਦੇ ਰਾਜਨੀਤਿਕ ਮਾਮਲੇ ਦਖਲ ਸ਼ੁਰੂ ਕਰਤਾ ਸੀ ਉਹਨੇ, ਤੇ ਬੰਗਾਲ ਦੇ ਨਵਾਬ ਜਿਹੜੇ ਸੀ ਸਿਰਾਜ ਉਦ-ਦੌਲਾ, ਉਹਨਾਂ ਇਸ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਰਾਬਰਟ ਕਲਾਊਡ ਨਾਲ 23 ਜੂਨ 1757 ਨੂੰ ਪਲਾਸੀ ਦੀ ਲੜਾਈ ਲੜੀ ਸੀ ਜੀ। ਜਦੋਂ ਉਹ ਹਾਰ ਗਿਆ ਸੀ, ਉਦੋਂ ਈਸਟ ਇੰਡੀਆ ਦਾ ਫਿਰ ਭਾਰਤ ਤੇ ਪੂਰਾ ਕਬਜ਼ਾ ਹੋ ਗਿਆ ਸੀਗਾ। ਮੈਂ ਭਾਰਤ ਦੀ ਗੱਲ ਕਰਦਾ, ਪੰਜਾਬ ਦੀ ਗੱਲ ਨਹੀਂ। ਪੰਜਾਬ ਇੱਕ ਵੱਖਰਾ ਰਾਜ ਸੀ ਉਦੋਂ। ਬਿਲਕੁਲ। ਭਾਰਤ ਤੇ ਪੂਰਾ ਕਬਜ਼ਾ ਹੋ ਗਿਆ ਸੀ। ਭਾਰਤ ਤੇ ਪੂਰਾ ਕਬਜ਼ਾ ਹੋਣ ਤੋਂ ਬਾਅਦ ਫਿਰ 1857 ਦਾ ਗਦਰ ਹੁੰਦਾ, ਤੇ 1858 ਦੇ ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਆ, ਉਹਨੂੰ ਸਮਾਪਤ ਕਰਕੇ ਫਿਰ ਬ੍ਰਿਟਿਸ਼ ਜਿਹੜੀ ਰਾਜ ਆ, ਉਹ ਪੂਰਾ ਰੂਪ ਵਿੱਚ ਕੰਟਰੋਲ ਕਰ ਲੈਂਦਾ। ਇਹਦੇ ਵਿੱਚ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਕਰਕੇ ਨਹੀਂ ਲੈ ਕੇ ਆਇਆ ਵੀ ਜੇ ਉਹ ਲੈ ਕੇ ਆਪਾਂ ਤੇ ਬਹੁਤ ਲੰਮਾ ਚੌੜਾ ਕੰਮ ਬਣ ਜਾਣਾ, ਉਹਦਾ ਬਹੁਤ ਲੰਮੀ ਗੱਲ ਹੋ ਜਾਣੀ। ਉਹਦੇ ਬਾਰੇ ਲਗਭਗ ਸਾਰੇ ਜਾਣਦੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1839 ਤੋਂ ਬਾਅਦ ਕਿੱਦਾਂ ਪ੍ਰਪੰਚ ਰਚੇ ਗਏ, ਕਿੱਦਾਂ ਪੰਜਾਬ ਤੇ ਕਬਜ਼ਾ ਕੀਤਾ ਗਿਆ, ਤੇ ਕਰੀਬ ਮੇਰੇ ਖਿਆਲ 90 ਸਾਲ ਦੀ ਕਰੀਬ ਸੀ, 90 ਸਾਲ ਦੇ ਕਰੀਬ ਪੰਜਾਬ ਨੂੰ ਉਹਨਾਂ ਲੁੱਟਿਆ ਫੁੱਟਿਆ, ਲੇਕਿਨ ਪੰਜਾਬ ਨੇ ਉਹਨਾਂ ਨੂੰ ਸੌਣ ਨਹੀਂ ਦਿੱਤਾ। ਉਹਨਾਂ ਦੇ ਇੱਕ ਕਮਾਂਡਰ ਨੇ ਇਹ ਕਹਿ ਵੀ ਦਿੱਤਾ ਸੀ ਵੀ ਅਸੀਂ ਪੰਜਾਬ ਤੇ ਗਲਤੀ ਕਰਕੇ ਬਲੰਡਰ ਗਲਤੀ ਕੀਤੀ, ਜੇ ਪੰਜਾਬ ਤੇ ਅਸੀਂ ਗਲਤੀ ਨਾ ਕਰਦੇ ਤੇ ਕਦੀ ਵੀ ਸਾਨੂੰ ਇੱਥੋਂ ਕੋਈ ਕੱਢ ਨਹੀਂ ਸਕਦਾ। ਹੁਣ ਇਹਨਾਂ ਨੇ ਬ੍ਰਿਟਿਸ਼ ਰਾਜ ਸਥਾਪਿਤ ਕਰ ਲਿਆ ਇੱਥੇ 1858 ਦੇ ਵਿੱਚ।
ਤੇ 1858 ਤੋਂ ਲੈ ਕੇ ਫਿਰ ਉਹ 1947 ਤੱਕ ਕਿੱਥੇ ਰਹੇ। 1947 ਦੇ ਵਿੱਚ ਸਾਨੂੰ ਆਜ਼ਾਦੀ ਕਿਉਂ ਮਿਲੀ, ਸਵਾਲ ਇਹ ਪੈਦਾ ਹੁੰਦਾ। 1929 ਜਿਹੜੀ ਭਾਰਤੀ ਰਾਸ਼ਟਰੀ ਕਾਂਗਰਸ ਸੀ ਨਾ, ਇਹਨਾਂ ਦੇ ਇੱਕ ਇਲਾਜ ਹੋਇਆ, ਇੱਕ ਇਹਨਾਂ ਦਾ ਇਜਾਜ਼ ਵਿੱਚ ਸਵਰਾਜ ਦਾ ਐਲਾਨ ਕੀਤਾ ਗਿਆ ਸੀਗਾ। ਉਸ ਸਵਰਾਜ ਦੇ ਐਲਾਨ 'ਚ ਗਿਆ ਸੀ ਵੀ 26 ਜਨਵਰੀ ਨੂੰ ਅਸੀਂ ਹਰ ਸਾਲ ਆਜ਼ਾਦੀ ਦਿਵਸ ਮਨਾਇਆ ਕਰਾਂਗੇ। 1930 ਤੋਂ ਲੈ ਕੇ 47 ਤੱਕ ਅਸੀਂ 26 ਜਨਵਰੀ ਨੂੰ ਆਜ਼ਾਦੀ ਦਿਵਸ ਮਨਾਉਂਦੇ ਰਹੇ। ਤੇ 1945 ਦੇ ਵਿੱਚ ਜਿਹੜਾ ਦੂਸਰੀ ਵਰਲਡ ਵਾਰ ਹੋਈ ਸੀ, ਉਹਦੇ ਵਿੱਚ ਬ੍ਰਿਟਿਸ਼ ਸਰਕਾਰ ਜਿਹੜੀ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੋ ਗਈ ਸੀ। ਦੂਸਰੀ ਚੀਜ਼ 1945 ਦੇ ਵਿੱਚ ਜਿਹੜੀ ਲੇਬਰ ਪਾਰਟੀ ਸੀ, ਜਿਹੜੀ ਇਹ ਕਹਿੰਦੀ ਸੀ ਵੀ ਯਾਰ ਅਸੀਂ ਇੰਡੀਆ ਨਾਲ ਧੱਕਾ ਕਰ ਰਹੇ ਹਾਂ, ਇੰਡੀਆ ਨੂੰ ਆਜ਼ਾਦੀ ਚਾਹੀਦੀ ਹੈ, ਇਹਨਾਂ ਨੂੰ ਹੱਕ ਹਕੂਕ ਚਾਹੀਦੇ ਆ, ਉੱਥੇ ਲੇਬਰ ਪਾਰਟੀ ਆ ਗਈ ਸੀ। ਲੇਬਰ ਪਾਰਟੀ ਨੇ ਫਿਰ ਸਾਨੂੰ ਜਿਹੜੇ ਸੀ ਇਹ ਆਜ਼ਾਦੀ ਦਿੱਤੀ ਤੇ ਮਾਊਂਟ ਬੈਂਟਨ ਜਿਹੜੇ ਹੈਗੇ ਸੀ ਫਰਵਰੀ 1947 ਵਿੱਚ ਆਖਰੀ ਵਾਇਸਰਾਏ ਇੱਥੇ ਚੁਣੇ ਗਏ ਸੀ, ਉਹਨਾਂ ਨੂੰ ਵੰਡ ਲਈ ਕਿਹਾ ਗਿਆ ਸੀਗਾ। ਉਹਨਾਂ ਨੇ 30 ਜੂਨ ਉਹਨਾਂ ਨੇ ਜਿਹੜੀ ਸੀ ਇਹ ਫਿਰ ਵੰਡ ਜਿਹੜੀ ਕੀਤੀ, ਉਹਦੇ ਵੀ ਦੋ ਕਾਰਨ ਸਨ। ਜਿਹੜੀ ਫਰਵਰੀ 1947 ਚ ਇਹ ਵੰਡਦੇ ਨੇ ਸੱਤਾ ਸੰਭਾਲਦੇ ਤੇ ਜਿਹੜੀ 15 ਅਗਸਤ ਨੂੰ ਸਾਨੂੰ ਆਜ਼ਾਦੀ ਮਿਲੀ, ਉਹਦੇ ਦੋ ਕਾਰਨ ਸਨ। ਕਿ ਦੋ ਕਾਰਨ ਕਿਹੜੇ ਸੀ? ਇਹ ਕਿਸ ਕਰਕੇ ਚੁਣੀ ਗਈ ਸੀ, ਜਿਹੜੀ ਅਗਸਤ 15 ਅਗਸਤ ਚੁਣੀ ਗਈ ਸੀ, ਬੇਸਿਕਲੀ ਜਿਹੜਾ ਸੀ ਮਾਊਂਟ ਬੈਂਟਨ ਚਾਹੁੰਦਾ ਸੀ ਵੀ ਸਤੰਬਰ ਤੱਕ ਅਕਤੂਬਰ ਜਾਣ ਦਿਆਂਗੇ ਆਜ਼ਾਦੀ, ਲੇਕਿਨ ਹਾਲਾਤ ਇੰਨੇ ਜਨਾਹ ਦਿੱਤੇ, ਜਿਹੜੀ ਹੈਗੀ ਸੀ ਨਹਿਰੂ ਦੀ ਖਿੱਚ ਇੰਨੇ ਵਿਗੜ ਗਏ ਸੀ। ਉਹ ਕਹਿੰਦਾ ਵੀ ਜੇ ਮੈਂ ਇਹਨਾਂ ਨੂੰ ਹੁਣ ਆਜ਼ਾਦੀ ਨਾ ਦਿੱਤੀ, ਲੇਟ ਕੀਤਾ, ਕੋਈ ਗੜਬੜ ਹੋ ਗਈ ਤੇ ਮੇਰੀ ਕੀਤੀ ਕਤਰੀ ਤੇ ਜਿਹੜੀ ਸਾਰੀ ਪਾਣੀ ਫਿਰ ਜਾਣਾ। ਦੂਸਰੀ ਚੀਜ਼, ਉਹਨੇ ਇਹ ਕਿਉਂ ਚੁਣਿਆ ਸੀ 15 ਅਗਸਤ? 15 ਅਗਸਤ ਚੁਣਦਾ ਇਹ ਸੀ 1945 ਦੇ ਵਿੱਚ ਜਦੋਂ ਸੈਕੰਡ ਵਰਲਡ ਵਾਰ ਹੋਈ ਸੀ ਤੇ ਜਾਪਾਨ ਦਾ ਜਿਹੜਾ ਰਾਜਾ ਸੀ ਹੀਰੋਹਿਤੋ, ਉਹਨੇ ਇਹਨਾਂ ਦੀ ਫੌਜ ਦੇ ਅੱਗੇ ਜਿਹੜਾ ਸੀ ਸਰੈਂਡਰ ਕੀਤਾ ਸੀ ਉਦੋਂ। ਤੇ ਉਦੋਂ ਇਹ ਮਾਊਂਟ ਜਿਹੜਾ ਇਹ ਵਾਇਸਰਾਏ ਸੀਗਾ ਮਾਊਂਟ ਬੈਟਨ, ਇਹ ਉੱਥੇ ਕਮਾਂਡਰ ਸੀਗਾ। ਇਸ ਕਰਕੇ ਪੈਟ ਤਰੀਕ ਸੀ ਵੀ 15 ਅਗਸਤ ਤੋਂ ਕਹਿੰਦਾ ਸੀ 15 ਅਗਸਤ ਨੂੰ ਇੱਕ ਮੈਨੂੰ ਖੁਸ਼ੀ ਉਹ ਹੋਏਗੀ ਵੀ ਜਾਪਾਨ ਦੇ ਰਾਜੇ ਨੇ ਮੇਰੇ ਅੱਗੇ ਸਰੈਂਡਰ ਕੀਤਾ ਸੀ, ਦੂਸਰੀ ਖੁਸ਼ੀ ਹੋ ਕਿ ਮੈਂ ਹਿੰਦੁਸਤਾਨ ਨੂੰ ਆਜ਼ਾਦੀ ਦੇ ਕੇ ਆਇਆ ਸੀ। ਇਹਦਾ ਛੋਟਾ ਜਿਹਾ ਬੜਾ ਸੰਖੇਪ ਜਿਹਾ ਇਤਿਹਾਸ, ਜੇ ਲੰਮਾ ਚੱਲ ਜਾਈਏ ਤਾਂ ਲੰਮਾ ਇਹਦੇ ਚ ਬੜਾ ਕੁਛ ਹੈਗਾ। ਨਹੀਂ, ਬਿਲਕੁਲ ਬਿਲਕੁਲ। ਆਪਾਂ ਕੋਸ਼ਿਸ਼ ਕਰੀਏ ਕਿ ਜਿਹੜਾ ਇਤਿਹਾਸ ਆ ਉਹ ਅਸੀਂ 75 ਸਾਲਾਂ ਨੂੰ 55 ਮਿੰਟਾਂ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਹੁਣ ਦੇਖਣਾ ਹੈ, ਮੈਂ ਕਾਲੂ ਜੀ ਵੱਲ ਜਾਵਾਂਗਾ। ਕਾਲੂ ਜੀ, ਹੁਣ ਜਿਹੜੀ ਪੱਟੀ ਸਾਹਿਬ ਨੇ ਜਿਹੜੀ ਗੱਲ ਕੀਤੀ ਆ, ਹੁਣ ਆਪਾਂ 15 ਅਗਸਤ 47 ਤੋਂ ਅੱਗੇ ਨੂੰ ਚੱਲਣਾ ਹੈ ਕਿ ਉਸ ਤੋਂ ਬਾਅਦ ਜਿਹੜੀਆਂ ਗਤੀਵਿਧੀਆਂ ਨੇ, ਕਿਹੋ ਜਿਹੇ ਮਾਹੌਲ ਬਣੇ, ਕਿਹੋ ਜਿਹੇ ਕਿਹੜੀਆਂ ਨਵੀਆਂ ਪਿਰਤਾਂ ਪਾਈਆਂ, ਕਿਹੋ ਜਿਹਾ ਪੰਜਾਬ ਦੇ ਜਾਂ ਜੇ ਭਾਰਤ ਦੇ ਅਸੀਂ ਗੱਲ ਕਰਦੇ ਹਾਂ, ਪੱਟੀ ਸਾਹਿਬ ਨੇ ਗੱਲ ਕੀਤੀ ਹੈ ਕਿ ਪੰਜਾਬ ਦੀ, ਅਸੀਂ ਭਾਰਤ ਦੀ ਵੀ ਗੱਲ ਕਰਦੇ ਹਾਂ। ਭਾਰਤ ਦੇ ਮੁਖੀਆਂ ਨੇ ਦੇਸ਼ ਨੂੰ ਕਿਹੜੀ ਦਿਸ਼ਾ ਵਿੱਚ ਲਿਜਾਣ ਦਾ ਉਹਨਾਂ ਨੇ ਯਤਨ ਕੀਤਾ? ਕਿ ਉਹਨਾਂ ਨੇ ਜਿਹੜੇ ਸਿੱਖਾਂ ਦੇ ਨਾਲ ਜਾਂ ਹੋਰ ਸੂਬਿਆਂ ਦੇ ਨਾਲ ਉਹਨੇ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਉੱਤੇ ਪੂਰੇ ਉਤਰੇ? ਤੁਸੀਂ ਆਪਣੀ ਗੱਲ ਨੂੰ ਵੀ 5 ਮਿੰਟ ਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕਰਨੀ ਕਾਲੋ ਸਾਹਿਬ, ਕਿਉਂਕਿ ਸਾਡੇ ਕੋਲ ਹੋਰ ਵਿਸ਼ੇ ਬਹੁਤ ਨੇ ਅੱਜ ਗੱਲਾਂ ਕਰਨ ਵਾਸਤੇ। ਕਾਲੋ ਸਾਹਿਬ ਜੀ। ਮਾਲ ਸਾਹਿਬ, ਜਿੱਥੋਂ ਤੱਕ ਆਜ਼ਾਦੀ ਤੋਂ ਬਾਅਦ ਦੀ ਗੱਲ ਹੈ, ਇੱਕ ਵਿਸ਼ਾ ਬੜਾ ਚਰਚਾ ਦਾ ਵਿਸ਼ਾ ਵੀ ਆਜ਼ਾਦੀ ਤੋਂ ਬਾਅਦ ਕੁਝ ਨਹੀਂ ਹੋਇਆ। ਮੈਂ ਆਪਣੀ ਗੱਲ ਨੂੰ ਅੱਜ ਇਸ ਪਾਸੇ ਨੂੰ ਛੇੜਨਾ ਚਾਹੂੰਗਾ। ਆਜ਼ਾਦੀ ਵੇਲੇ 10 ਲੱਖ ਲੋਕ ਪੰਜਾਬ ਦੇ ਮਾਰੇ ਗਏ। ਬੇਸ਼ੱਕ ਉਹ ਹਿੰਦੂ ਸੀ, ਬੇਸ਼ੱਕ ਸਿੱਖ ਸੀ, ਬੇਸ਼ੱਕ ਮੁਸਲਮਾਨ ਸੀ, ਪਰ ਸਨ ਪੰਜਾਬੀ। ਜਿਹੜੇ ਉਸ ਪੰਜਾਬ ਦੇ ਬਸ਼ਿੰਦੇ ਸੀ, ਇਹਦੇ ਦੋ ਟੋਟੇ ਹੋਏ। ਦੂਸਰਾ ਸੇਕ ਬੰਗਾਲ ਨੂੰ ਲੱਗਾ, ਪੰਜਾਬ ਨਾਲੋਂ ਘੱਟ ਲੱਗਾ। ਇਹ 10 ਲੱਖ ਲੋਕਾਂ ਦਾ ਉੱਜੜ ਕੇ ਆਉਣਾ ਤੇ ਉੱਜੜ ਕੇ ਜਾਣਾ, ਇਹਨਾਂ ਨੂੰ ਪਹਿਲਾਂ ਵਸਾ ਲੈਣਾ ਹੀ ਸਭ ਤੋਂ ਵੱਡਾ ਕੰਮ ਸੀ ਆਜ਼ਾਦੀ ਦਾ। ਜਿਹੜਾ ਕੰਮ ਬਖੂਬੀ ਕੀਤਾ ਗਿਆ ਤੇ ਕੀਤਾ ਵੀ ਪੰਜਾਬੀ ICS ਆਫੀਸਰ। ਦੂਸਰੀ ਗੱਲ, ਇਸ ਤੋਂ ਬਾਅਦ ਆਪ ਜੀ ਫੋਟੋ ਵਿਖਾ ਰਹੇ ਸਕਰੀਨ ਤੇ, ਲੋਕ ਗੱਡਿਆਂ ਤੇ ਆ ਰਹੇ ਆ। 47 ਚ ਸਾਧਨ ਜਿਹਦੇ ਕੋਲ ਗੱਡਾ ਸੀ ਉਹਦੇ ਕੋਲ ਵਧੀਆ ਸਾਧਨ ਸੀ।
ਪੈਦਲ ਸਨ ਲੋਕ, ਘੋੜੀਆਂ ਤੇ ਸਨ, ਗੱਡਿਆਂ ਤੇ ਸਨ। ਤੇ ਜੀ। ਅੱਜ ਹਿੰਦੁਸਤਾਨ ਤੇ ਪੰਜਾਬ ਕਾਰਾਂ ਤੇ ਆ, ਮੋਟਰਸਾਈਕਲਾਂ ਤੇ ਆ, ਹਵਾਈ ਜਹਾਜ਼ਾਂ ਤੇ ਆ। ਇਹਦਾ ਮਤਲਬ ਕਿਤੇ ਤੇ ਕੰਮ ਹੋਇਆ। ਖੇਤੀ ਆ ਬਲਦਾਂ ਤੇ ਸੀ, ਊਠਾਂ ਤੇ ਸੀ, ਝੋਟਿਆਂ ਨਾਲ ਸੀ। ਅੱਜ ਟਰੈਕਟਰਾਂ ਨਾਲ ਆ, ਤੇ ਟਰੈਕਟਰਾਂ ਦਾ ਗਾਂ ਲੇਟੈਸਟ ਟੈਕਨੋਲੋਜੀ ਵਾਲੇ ਟਰੈਕਟਰਾਂ ਨਾਲ ਆ। ਹੂੰ। ਆਵਾਜਾਈ ਆ, ਕੱਚੇ ਰਸਤੇ ਸਨ, ਪਏ ਸਨ, ਡੰਡੀਆਂ ਸਨ, ਤੇ ਅੱਜ ਹਰ ਪਿੰਡ ਨੂੰ ਸੜਕਾਂ ਜਾਂਦੀਆਂ। ਜੇ ਮੈਂ ਅੱਜ ਕਹਿ ਲਵਾਂ ਕਿ ਮੇਰਾ ਇੱਕ ਪਿੰਡ ਪਛੜਿਆ ਇਲਾਕੇ ਦਾ ਪਿੰਡ ਹੈ ਕਾਨੂੰਨ ਸ਼ੰਭ, ਜਿਹੜਾ ਇਤਿਹਾਸ 'ਚ ਆਉਂਦਾ ਹੈ, ਬੇਟ ਇਲਾਕਾ, ਤੇ ਮੇਰੇ ਪਿੰਡ ਦੇ ਵਿੱਚ 8 ਬਾਈਪਾਸਾਂ ਨੇ ਜਿਹੜੀਆਂ ਜੁੜਦੀਆਂ ਨੇ, ਜਾਂ ਮੇਰੇ ਪਿੰਡ 'ਚੋਂ 8 ਸੜਕਾਂ ਬਾਕੀ ਪਿੰਡਾਂ ਨੂੰ ਤੁਰਦੀਆਂ ਨੇ। ਇਸੇ ਤਰ੍ਹਾਂ ਸ਼ਾਹੂਕਾਰਾ ਸਿਸਟਮ ਚੱਲਦਾ ਸੀ। ਲੋਕ ਵਈਆਂ 'ਚੋਂ ਬਾਹਰ ਨਹੀਂ ਸੀ ਨਿਕਲ ਸਕਦੇ ਸ਼ਾਹੂਕਾਰਾਂ ਦੇ। ਬੈਂਕਸ ਡਿਵੈਲਪ ਹੋਏ, ਨੈਸ਼ਨਲਾਈਜ਼ ਹੋਏ, ਤੇ ਲੋਕਾਂ ਨੂੰ ਇੱਕ ਸਿਸਟਮ ਦਾ ਰਾਜ ਮਿਲਿਆ। ਇਸੇ ਤਰ੍ਹਾਂ ਤੁਸੀਂ ਇੰਡਸਟਰੀ ਲੈ ਲਵੋ, ਹੋਰ ਅਦਾਰੇ ਲੈ ਲਵੋ, ਹਰ ਇੰਪਲਾਇਮੈਂਟ ਲੈ ਲਵੋ, ਐਜੂਕੇਸ਼ਨ ਲੈ ਲਵੋ, ਇਹ ਸਾਰੇ ਕਿਸਮ 'ਚ ਵਿਕਾਸ ਹੋਇਆ ਆਜ਼ਾਦੀ ਤੋਂ ਬਾਅਦ ਹੀ ਹੋਇਆ। ਲੇਕਿਨ ਇਹ ਮੰਨ ਲਈਏ ਵੀ ਸਾਡੇ ਮਾਪਦੰਡਾਂ ਦੇ ਬਰਾਬਰ ਨਹੀਂ ਹੋਇਆ, ਸਾਡੀ ਸੰਤੁਸ਼ਟੀ ਦੇ ਬਰਾਬਰ ਨਹੀਂ ਹੋਇਆ, ਜਾਂ ਜਿਹੜੇ ਦੇਸ਼ਾਂ ਦੀ ਅਸੀਂ ਰੀਸ ਕਰਦੇ ਉਹਨਾਂ ਦੇ ਬਰਾਬਰ ਨਹੀਂ ਹੋਇਆ, ਉਹਨਾਂ ਦੇ ਹਾਣ ਦਾ ਨਹੀਂ ਹੋਇਆ। ਸੋ ਮੈਂ ਇੰਨੀ ਗੱਲ ਕਹਿੰਦਾ, ਆਪਣੇ ਸ਼ਬਦਾਂ ਨੂੰ ਵਿਸ਼ਰਾਮ ਦੇਣਾ ਕਿ ਆਜ਼ਾਦੀ ਤੋਂ ਬਾਅਦ ਵੀ ਬਹੁਤ ਕੁਝ ਹੋਇਆ। ਆਜ਼ਾਦੀ ਤੋਂ ਪਹਿਲਾਂ ਦੇ ਨੁਕਸਾਨ ਵੀ ਨਾ ਭੁੱਲਣ ਵਾਲੇ ਆ। ਤੇ ਜੇ ਅੱਜ ਅਸੀਂ ਆਜ਼ਾਦੀ ਤੋਂ ਬਾਅਦ ਦੀ ਜ਼ਿੰਦਗੀ ਨੂੰ, ਵਿਕਾਸ ਨੂੰ ਭੁੱਲ ਜਾਈਏ, ਤੇ ਇਹ ਵੀ ਸਾਡੇ ਵਾਸਤੇ ਫਿਰ ਹੱਕ ਰਸੀ ਦੀ ਗੱਲ ਨਹੀਂ ਹੈ। ਜੀ ਜੀ ਬਹੁਤ ਬਹੁਤ ਧੰਨਵਾਦ ਕਾਓ ਸਾਹਿਬ ਜੀ, ਤੁਸੀਂ ਬੜਾ ਵਧੀਆ ਇੱਕ ਬੈਲੈਂਸ ਤਿਆਰ ਕੀਤਾ। ਕਈ ਵਾਰੀ ਮੈਂ ਸੋਚਦਾ ਕਿ ਸ਼ਾਇਦ ਉਹ ਇਹ ਭਾਰਤੀ ਸੁਭਾਅ ਦਾ ਹੀ ਹਿੱਸਾ ਹੈਗਾ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਈ ਵਾਰੀ ਅਸੀਂ ਬੜਾ ਜਜ਼ਬਾਤੀ ਜਾਂ ਭਾਵੁਕ ਹੋ ਜਾਂਦੇ ਹਾਂ, ਜਾਂ ਅਸੀਂ ਨਕਾਰਾਤਮਕ ਸਾਡੀ ਜਿਹੜੀ ਸੋਚ ਹੈ ਉਹ ਨੀਵੇਂ ਪਾਸੇ ਨੂੰ ਬਹਿਣੀ ਸ਼ੁਰੂ ਹੁੰਦੀ ਹੈ। ਤੇ ਦੂਜੇ ਪਾਸੇ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਪਹਿਲਾ ਜਨਜੀਵਨ ਸੀ, ਕਾਓ ਸਾਹਿਬ ਨੇ ਗੱਲ ਕੀਤੀ ਹੈ ਕਿ ਨਹਿਰਾਂ ਵੀ ਨਹੀਂ ਸੀਗੀਆਂ ਆਈਆਂ, ਉਸ ਤੋਂ ਬਾਅਦ ਚੜ੍ਹ ਚੱਲਦੇ ਹੁੰਦੇ ਸੀਗੇ, ਖੇਤਾਂ ਨੂੰ ਪਾਣੀ ਲਾਉਣ ਦਾ ਕਿੰਨਾ ਔਖਾ ਸੀਗਾ। ਤੇ ਹੁਣ ਦੇਖਦੇ ਆ ਕਿ ਪੰਜਾਬ ਦੇ ਲੋਕਾਂ ਨੇ ਪਾਣੀ ਦਾ ਇੰਨਾ ਪਿੱਛਾ ਕੀਤਾ ਕਿ ਉਹ 500-600 ਫੁੱਟ ਡੂੰਘੇ ਚਲ ਗਏ ਕਿ ਪਾਣੀ ਨੂੰ ਅਸੀਂ ਲੱਭ ਕੇ ਛੱਡਣਾ ਆ, ਤੇ ਉਹ ਉਹਨਾਂ ਨੇ ਲੱਭ ਕੇ ਛੱਡਿਆ ਪਾਣੀ। ਬਲਦੇਵ ਜੀ, ਮੈਂ ਤੁਹਾਡੇ ਵੱਲ ਆਵਾਂਗਾ ਕਿ ਅਸੀਂ 1917 ਦੇ ਜੋ ਮਹਾਨ ਅਕਤੂਬਰ ਇਨਕਲਾਬ ਦੀ ਗੱਲ ਕਰਦੇ ਆ। ਜਦੋਂ ਅਸੀਂ ਗੱਲ ਕਰਦੇ ਆ ਕਿ ਜਦੋਂ ਆਜ਼ਾਦੀ ਹੁੰਦੀ ਆ, ਸੰਘਰਸ਼ ਹੁੰਦਾ ਹੈ, ਇਨਕਲਾਬ ਆਉਂਦਾ ਹੈ, ਇਹ ਜਿਹੜਾ ਖੂਨ ਖਰਾਬਾ ਇਹ ਹੋਣਾ ਹੀ ਹੁੰਦਾ ਹੈ। ਇਹ ਇੱਕ ਸਾਡੇ ਇਤਿਹਾਸ ਦਾ ਜਾਂ ਦੁਨੀਆ ਦੇ ਇਤਿਹਾਸ ਦਾ ਇੱਕ ਹਿੱਸਾ ਹੈਗਾ ਆ। ਤੁਸੀਂ ਅਕਤੂਬਰ ਇਨਕਲਾਬ ਤੋਂ ਬਾਅਦ ਦੇਖਦੇ ਆ ਕਿ ਰੂਸ ਨੇ ਕਿੰਨੀ ਤਰੱਕੀ ਕੀਤੀ ਆ, ਤੇ ਉਸ ਤੋਂ ਬਾਅਦ ਹੁਣ ਅਸੀਂ ਕਿਉਂਕਿ ਭਾਰਤ ਦੀ ਗੱਲ ਕਰਦੇ ਆ, ਇਹਨਾਂ ਦੋਹਾਂ ਦੇਸ਼ਾਂ ਨੂੰ ਜੇ ਅਸੀਂ ਮੇਲ ਕੇ ਦੇਖੀਏ, ਜਿਹੜਾ ਵਿਗਿਆਨਕ ਵਿਕਾਸ ਆ ਤੁਹਾਨੂੰ ਉਹਦੇ ਵਿੱਚ ਜਿਹੜੀ ਭਾਰਤ ਦੀ ਇਸ ਵੇਲੇ ਸਥਿਤੀ ਹੈਗੀ ਆ ਦੁਨੀਆ ਦੇ ਇਕੋਨਮੀ ਦੇ ਬਰਾਬਰ, ਇਹ ਵੀ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੀ ਤੀਜੀ ਜਿਹੜੀ ਭਾਰਤ 'ਚ ਹੈਗਾ ਤੀਜੀ ਇਕੋਨਮੀ ਜਾਂ ਅਰਥਚਾਰਾ ਬਣ ਜਾਵੇਗਾ ਦੁਨੀਆ ਦਾ। ਸ਼ਾਇਦ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਤੁਸੀਂ ਆਪਣੀ ਗੱਲ ਤੂੰ ਕਿੱਥੋਂ ਸ਼ੁਰੂ ਕਰਨਾ ਚਾਹੁੰਦੇ ਬਲਦੇਵ ਜੀ? ਚੰਦਰਪਾਲ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਸਾਰੇ ਆਤਸ ਸਵਾਲ ਪੁੱਛ ਲਏ ਹੈਗੇ ਆ। ਪੱਟੀ ਸਾਹਿਬ ਨੇ, ਕਾਲੋ ਸਾਹਿਬ ਨੇ ਬਹੁਤ ਵਧੀਆ ਹੀ ਬੈਕਗਰਾਉਂਡ ਦਿੱਤੀ ਹੈਗੀ ਆ ਕਿ ਜੋ ਭਾਰਤ ਦੀ ਹਾਲਤ ਸੀਗੀ, ਤੇ ਜਾਂ ਉਹ ਜਿਹਨੂੰ ਆਜ਼ਾਦੀ ਕਹਿੰਦੇ, ਉਹਦੇ ਤੋਂ ਬਾਅਦ ਚ ਕੀ ਕੁਛ ਹੋਇਆ ਹੈਗਾ ਉੱਥੇ। ਗੱਲ ਇਹ ਹੈ ਕਿ ਬਈ ਤੁਸੀਂ ਇਹਦੀ ਤੁਲਨਾ, ਭਾਰਤ ਦੀ ਆਜ਼ਾਦੀ ਦੀ ਤੁਲਨਾ ਰੂਸ ਦੇ ਇਨਕਲਾਬ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਆਪਾਂ ਇਹਨਾਂ ਨੂੰ ਇੱਕ ਬਰਾਬਰ ਨਹੀਂ ਕਹਿ ਸਕਦੇ। ਭਾਰਤ ਦਾ ਜਿਹੜਾ ਸਟਰਗਲ ਸੀਗਾ, ਜਦੋਜਹਿਦ ਸੀਗੀ, ਉਹ ਸੀਗਾ ਸਹੀ ਮਾਇਨਿਆਂ ਦੇ ਵਿੱਚ ਗੁਲਾਮੀ ਦੀਆਂ ਜਿਹੜੀਆਂ ਜੰਜੀਰਾਂ ਉਹਨਾਂ ਦੇ ਦੁਆਲੇ ਪਈਆਂ ਸੀਗੀਆਂ, ਉਹਨਾਂ ਨੂੰ ਤੋੜਨਾ। ਰੂਸ ਦਾ ਸੀਗਾ ਕਿ ਉਹਨਾਂ ਦੇ ਆਪਣੇ ਹੀ ਦੇਸ਼ ਦੇ ਵਿੱਚ ਇੱਕ ਕਿਸਮ ਦੀ ਸਰਕਾਰ ਸੀਗੀ, ਤੇ ਉਸ ਸਰਕਾਰ ਨੂੰ ਉਹ ਬਦਲਣਾ ਚਾਹੁੰਦੇ ਸੀ, ਕਿਉਂਕਿ ਉਹ ਜਿਹੜੀ ਸਰਕਾਰ ਸੀਗੀ ਉਹ ਉਹਨਾਂ ਦੇ ਹਿਸਾਬ ਦੇ ਨਾਲ ਉਹ ਠੀਕ ਨਹੀਂ ਸੀਗੀ। ਉਹਨਾਂ ਦੀ ਜਦੋਜਹਿਦ ਇੰਟਰਨਲੀ ਆਪਣੇ ਹੀ ਮੁਲਕ ਦੇ ਵਿੱਚ ਸੀਗੀ। ਲੇਕਿਨ ਸਾਡੀ ਜਿਹੜੀ ਭਾਰਤ ਦਾ ਆ, ਜੋ ਕਿ ਭਾਰਤ ਦੇ ਲੋਕ, ਜਿੱਦਾਂ ਤੁਸੀਂ ਕਹਿੰਦੇ ਆ ਕਿ ਭਾਵੁਕ ਹੋ ਜਾਂਦੇ ਆ, ਭਾਰਤ ਦੇ ਲੋਕ ਭਾਵੁਕ ਹੋ ਕੇ ਕਦੇ ਵੀ ਆਪਣੀਆਂ ਜਿਹੜੀਆਂ ਤਰੁੱਟੀਆਂ ਆ, ਉਹਨਾਂ ਦੇ ਵਿੱਚ ਜੋ ਆਪਣੀਆਂ ਖਾਮੀਆਂ ਸਦੀਆਂ ਤੋਂ ਹੈਗੀਆਂ, ਉਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਇਹੀ ਕਹਿੰਦੇ ਆ
ਜੀ ਇੱਥੇ ਜੀ ਮੁਗਲਾਂ ਨੇ ਆ ਕੇ ਸਾਡੇ ਤੇ ਅਤਿਆਚਾਰ ਕੀਤੇ ਜੀ, ਉਹਨਾਂ ਨੇ ਅਫਗਾਨੀ ਆਉਂਦੇ ਹੁੰਦੇ ਸੀ, ਸਾਨੂੰ ਲੁੱਟ ਕੇ ਚਲੇ ਜਾਂਦੇ ਸੀ, ਔਰ ਫਿਰ ਪੁਰਤਗਾਲੀ ਵੀ ਆਏ ਇੱਥੇ, ਫਿਰ ਬ੍ਰਿਟਿਸ਼ ਆਏ। ਸਵਾਲ ਇਹ ਪੈਦਾ ਹੁੰਦਾ, ਜੇਕਰ ਤੁਸੀਂ ਬਾਹਰ ਐਕਚੁਅਲੀ ਜਦੋਂ ਤੁਸੀਂ ਬਾਹਰ ਚਲੇ ਜਾਂਦੇ ਆਪਣੇ ਦੇਸ਼ ਤੋਂ, ਤਾਂ ਤੁਸੀਂ ਉਹਨੂੰ ਇੱਕ ਹੋਰ ਦ੍ਰਿਸ਼ਟੀਕੋਣ ਤੋਂ ਦੇਖਣਾ ਸ਼ੁਰੂ ਕਰ ਦਿੰਦੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਭਾਰਤ ਜਿਹੜਾ ਹੈਗਾ, ਉਹਦੇ ਵਿੱਚ ਖਾਮੀਆਂ ਕੀ ਸੀਗੀਆਂ ਕਿ 1000 ਸਾਲ ਉਹ ਗੁਲਾਮ ਰਿਹਾ, ਇੱਥੋਂ ਤੱਕ ਕਿ ਅਫਗਾਨਿਸਤਾਨ ਵਰਗੇ ਮੁਲਕ ਦਾ ਵੀ ਉਹ ਗੁਲਾਮ ਰਹੇ, ਪੂਰੇ ਤੌਰ ਤੇ ਨਹੀਂ। ਜਦੋਂ ਉਹ ਅਸੀਂ ਕਹਿੰਦੇ ਆ ਕਿ ਬਈ ਅਫਗਾਨੀ ਜਿਹੜੇ ਹਮਲਾ ਕਰਕੇ ਇਥੋਂ ਕੁੜੀਆਂ ਚੱਕ ਕੇ ਲੈ ਜਾਂਦੇ ਸੀ, ਮਾਲ ਲੁੱਟ ਕੇ ਲੈ ਜਾਂਦੇ ਸੀ, ਲੇਕਿਨ ਸਾਡੀ ਵੀ ਤਾਂ ਕੋਈ ਕਮਜ਼ੋਰੀ ਹੋਏਗੀ ਕਿ ਉਹਨਾਂ ਨੂੰ ਹੌਸਲਾ ਪੈਂਦਾ ਸੀ ਕਿ ਚਲੋ ਆਪਾਂ ਲੁੱਟ ਲਈਏ। ਉਹ ਇੱਕ ਵਾਰੀ ਨਹੀਂ ਸੀ ਲੁੱਟਦੇ, 2 ਵਾਰੀ ਨਹੀਂ ਸੀ ਲੁੱਟਦੇ, ਉਹਨਾਂ ਦਾ ਕੰਮ ਹੀ ਬਣ ਗਿਆ ਸੀ ਕਿ ਇਹਨਾਂ ਲੋਕਾਂ ਨੂੰ ਜਦੋਂ ਮਰਜ਼ੀ ਲੁੱਟ ਕੇ ਅਸੀਂ ਇਹਨਾਂ ਤੋਂ ਖੋਹ ਖਿੱਚ ਕਰ ਸਕਦੇ ਹਾਂ। ਔਰ ਇਹ ਪਛਾਣਨ ਦੀ ਇਹ ਜਿਹੜੀਆਂ ਕੁਰੀਤੀਆਂ ਹੈਗੀਆਂ ਸਾਡੇ 'ਚ, ਖਾਮੀਆਂ ਸਾਡੇ ਸਮਾਜ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ, ਸਾਡੀ ਸੋਚਣੀ ਦੇ ਵਿੱਚ, ਉਹ ਸਾਨੂੰ ਜਿਹੜੀਆਂ ਖਾਮੀਆਂ ਆ ਉਹਨਾਂ ਨੂੰ ਆਈਡੈਂਟੀਫਾਈ ਕਰਨਾ ਪਊਗਾ। ਔਰ ਉਹ ਖਾਮੀਆਂ ਹਜੇ ਤੱਕ ਵੀ ਚੱਲੀਆਂ ਆ ਰਹੀਆਂ ਹੈਗੀਆਂ, ਜਿਹੜੀਆਂ ਕਿ ਅਸੀਂ ਉਹਨਾਂ ਨੂੰ ਐਡਰੈਸ ਕਰਨ ਤੋਂ ਬਹੁਤ ਹੀ ਝਿਜਕਦੇ ਰਹਿੰਦੇ ਹਾਂ ਕਿ ਕਿਤੇ ਸਾਡੀ ਕਮਜ਼ੋਰੀ ਦਾ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਕਿ ਬਈ ਅਸੀਂ ਇੰਨੇ ਕਮਜ਼ੋਰ ਹੈਗੇ ਆ। ਜੇਕਰ ਆਜ਼ਾਦੀ ਤੋਂ ਬਾਅਦ ਜਿਹੜੀ ਤਰੱਕੀ ਹੋਈ, ਕਾਲੋ ਸਾਹਿਬ ਨੇ ਕਿਹਾ ਜੀ ਸੜਕਾਂ ਬਣ ਗਈਆਂ ਜੀ, ਪਹਿਲਾਂ ਗੱਡੇ ਹੁੰਦੇ ਸੀ, ਹੁਣ ਕਾਰਾਂ, ਮੋਟਰਸਾਈਕਲ, ਲੇਕਿਨ ਹਕੀਕਤ ਇਹ ਹੈਗੀ ਆ ਕਿ ਉਹ ਜਿਹੜੀਆਂ ਕਾਰਾਂ, ਮੋਟਰਸਾਈਕਲ ਹੈਗੇ ਆ, ਉਹ ਭਾਰਤੀਆਂ ਨੇ ਨਹੀਂ ਬਣਾਏ ਹੈਗੇ, ਉਹਨਾਂ ਨੇ ਬਾਹਰਲੇ ਮੁਲਕਾਂ ਦੀ ਨਕਲ ਕੀਤੀ ਹੈਗੀ ਆ। ਕਿਹੜੀ ਚੀਜ਼ ਆ ਜਿਹੜੀ ਕਿ ਸਾਨੂੰ ਆਪਣੀ ਤਰੱਕੀ ਆਪ ਕਰਨ ਤੋਂ ਰੋਕਦੀ ਆ? ਕਿਹੜੀਆਂ ਖਾਮੀਆਂ ਆ ਜਿਹੜੀਆਂ ਕਿ ਸਾਨੂੰ ਰੋਕਦੀਆਂ ਹੈਗੀਆਂ ਕਿ ਅਸੀਂ ਜਿਹੜੀਆਂ ਕਾਰਾਂ ਆ ਜਾਂ ਮੋਟਰਸਾਈਕਲ ਆ ਜਾਂ ਹਵਾਈ ਜਹਾਜ਼ ਹੈਗੇ ਆ ਉਹ ਆਪ ਨਹੀਂ ਬਣਾ ਸਕੇ? ਮੇਰਾ ਖਿਆਲ ਹੈ ਕਿ ਇੱਧਰ ਨੂੰ ਆਪਾਂ ਨੂੰ ਜ਼ਿਆਦਾ ਤਵੱਜੋ ਦੇਣ ਦੀ ਲੋੜ ਹੈਗੀ ਆ। ਹਾਂਜੀ, ਠੀਕ ਹੈ ਜੀ, ਬਹੁਤ ਤੁਸੀਂ ਵੀ ਜੇ ਕਹਿ ਦਈਏ ਕਿ ਪਤੇ ਦੀ ਗੱਲ ਕੀਤੀ ਹੈ, ਜੋ ਤੁਸੀਂ ਖਾਮੀਆਂ ਦੀ ਗੱਲ ਕੀਤੀ ਆ, ਪੱਟੀ ਸਾਹਿਬ ਜੀ ਮੇਰੇ ਖਿਆਲ ਹੋਏ ਅੱਧੇ ਕੁ ਮਿੰਟ ਵਾਸਤੇ ਉਹ ਇਸ਼ਾਰਾ ਕਰਨਗੇ, ਦੱਸਣਗੇ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਵਿੱਚ ਦਰਜ ਕੀਤਾ ਹੈ, ਜੋ ਜੈਸੀ ਮੈਂ ਆਵੇ ਖਸਮ ਕਿ ਬਾਣੀ ਤੈਸੜਾ ਕੜੀ ਗਿਆਨ ਵੇਲਾਲਾ, ਉਹਦੇ ਵਿੱਚ ਉਹਨਾਂ ਨੇ ਜੋ ਉਸ ਵੇਲੇ ਦੇ ਹਾਲਾਤ ਸਨ, ਜੋ ਜਾਂ ਲੋਕਾਂ ਦੀ ਮਾਨਸਿਕਤਾ ਸੀ ਕਿਹੋ ਜਿਹੀ ਸੀ, ਉਹਦੇ ਬਾਰੇ ਉਹਨੇ ਬੜਾ ਵਧੀਆ ਤਰੀਕੇ ਨਾਲ ਬਿਆਨ ਕੀਤਾ। ਤੇ ਮੈਂ ਹੁਣ ਪੱਟੀ ਸਾਹਿਬ ਜੀ ਤੁਹਾਡੇ ਵੱਲ ਆਵਾਂਗਾ ਕਿ ਜਦੋਂ ਆਜ਼ਾਦੀ ਮਿਲ ਜਾਂਦੀ ਹੈ, ਚਲੋ ਠੀਕ ਹੈ, ਜਿਹੜੇ ਲੀਡਰ ਨੇ ਜਾਂ ਸਰਕਾਰਾਂ ਨੇ ਉਹ ਇਕੱਠਾ ਹੁੰਦੀਆਂ ਨੇ, ਪਰ ਦੂਜੇ ਪਾਸੇ ਜਿਹੜੇ ਲੋਕਾਂ ਨੇ ਜਾਂ ਲੋਕਾਂ ਦੇ ਜਿਹੜੇ ਸਮੂਹ ਨੇ ਜਾਂ ਲੋਕਾਂ ਦੇ ਵਰਗ ਨੇ, ਜਿਸ ਨੂੰ ਅਸੀਂ ਸਮਾਜ ਕਹਿ ਸਕਦੇ ਹਾਂ, ਉਸ ਸਮਾਜ ਦੀ ਵੀ ਆਜ਼ਾਦੀ ਪ੍ਰਤੀ ਕੀ ਜ਼ਿੰਮੇਵਾਰੀ ਹੁੰਦੀ ਹੈ ਤੇ ਕੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਭਾਰਤ ਦੇ ਉਸ ਸਮਾਜ ਨੇ ਜਾਂ ਭਾਰਤੀ ਸਮਾਜ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਸ ਆਜ਼ਾਦੀ ਪ੍ਰਤੀ? ਇਹਦੇ ਬਾਰੇ ਪੱਟੀ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ? ਮੈਂ ਪਹਿਲੀ ਗੱਲ ਤੇ ਤੁਹਾਨੂੰ ਇਹ ਦੱਸ ਰਿਹਾ ਵੀ ਪੰਜਾਬ ਇੱਕ ਅਜਿਹਾ ਸੂਬਾ ਵੀ ਇਹਨੂੰ ਵੱਖਰਾ ਦੇਸ਼ ਕਿਹਾ ਜਾਂਦਾ। ਜੀ, ਕਿਸੇ ਵਜ੍ਹਾ ਕਰਕੇ ਮੇਰੇ ਖਿਆਲ ਸਾਡਾ ਜਿਹੜਾ ਲਿੰਕ ਆ ਉਹ ਡਾਊਨ ਹੋ ਗਿਆ। ਤੇ ਮੈਂ ਕਾਲੋ ਸਾਹਿਬ ਜੀ ਮੈਂ ਤੁਹਾਡੇ ਵੱਲ ਆਵਾਂਗਾ ਕਿ ਹੁਣ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਭਾਵੇਂ ਅਸੀਂ ਗੱਲ ਕਰ ਲਈਏ ਚੀਨ ਦੀ ਗੱਲ ਕਰ ਲਈਏ, ਚੀਨ 1949 ਵਿੱਚ ਆਜ਼ਾਦ ਹੋਇਆ ਤੇ ਜਦ ਕਿ ਭਾਰਤ ਉਸ ਤੋਂ 2 ਸਾਲ ਪਹਿਲਾਂ ਹੋ ਗਿਆ। ਤੇ ਨਾਲ ਦੀ ਨਾਲ ਆਪਾਂ ਇਹ ਵੀ ਗੱਲ ਕਰਦੇ ਹਾਂ ਕਿ ਚੀਨ ਦੇ ਵਿੱਚ ਸ਼ਾਇਦ ਇੱਕ ਇਹ ਵੀ ਸਾਨੂੰ ਫਰਕ ਮਹਿਸੂਸ ਹੁੰਦਾ ਹੋਵੇਗਾ ਕਿ ਜਿਹੜੀਆਂ ਭਾਰਤ ਇੱਕ ਬਹੁ ਭਾਸ਼ਾਈ ਦੇਸ਼ ਹੈ, 22-23 ਜਿਹੜੀਆਂ ਉੱਥੋਂ ਦੀਆਂ ਜਿਹੜੀਆਂ ਜ਼ੁਬਾਨਾਂ ਨੇ ਜਾਂ ਭਾਸ਼ਾਵਾਂ ਨੇ, ਉਹ ਉਹਨਾਂ ਨੂੰ ਆਫੀਸ਼ੀਅਲੀ ਤੌਰ ਦੇ ਉੱਤੇ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਪ੍ਰਵਾਨ ਕੀਤਾ ਗਿਆ ਹੈ। ਤੇ ਦੂਜੇ ਪਾਸੇ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਨੇ, ਵੱਖਰੇ ਵੱਖਰੇ ਲੋਕ ਨੇ। ਜੇ ਅਸੀਂ ਪੰਜਾਬ ਵਾਲੇ ਸਾਊਥ ਵਿੱਚ ਜਾਂਦੇ ਹਾਂ ਤੇ ਉਹਨਾਂ ਦੀ ਜਿਹੜੀ ਬੋਲੀ ਆ, ਨਾ ਉਹਨਾਂ ਦਾ ਜਿਹੜਾ ਰਹਿਣ ਸਹਿਣ ਹੈ ਉਹ ਆਪਾਂ ਸਮਝ ਸਕਦੇ ਹਾਂ। ਤੁਸੀਂ ਕੀ ਫਰਕ ਦੇਖਦੇ ਹੈਗੇ ਆ ਕਿ ਜਿਹੜਾ ਸਮਾਜ ਹੈ ਉਹ ਆਪਣੇ ਆਜ਼ਾਦੀ ਪ੍ਰਤੀ ਕਿੰਨਾ ਕੁ ਜ਼ਿੰਮੇਵਾਰ ਰਿਹਾ ਸ਼ੁਰੂ ਤੋਂ ਲੈ ਕੇ? ਕਾਲੋ ਸਾਹਿਬ। ਮਾਲ ਸਾਹਿਬ, ਮੈਂ ਬੜੀ ਕੌੜੀ ਗੱਲ ਕਹਿਣ ਲੱਗਾ
ਕਿ ਹਿੰਦੁਸਤਾਨ ਦੇ ਲੋਕਾਂ ਦੀ ਮਾਨਸਿਕਤਾ ਗੁਲਾਮ ਹੈ, ਇਹਨਾਂ ਦਾ ਸੋਚਣ ਦਾ ਢੰਗ ਗੁਲਾਮ ਹੈ, ਜਿਹਦੇ ਤੋਂ ਇਹ ਛੁਟਕਾਰਾ ਨਹੀਂ ਪਾ ਸਕੇ। ਸਰਦਾਰ ਬਲਦੇਵ ਸਿੰਘ ਕੰਦੋਲਾ ਜੀ ਕਹਿ ਰਹੇ ਸੀ ਵੀ 1000 ਸਾਲ ਗੁਲਾਮ ਰਹੇ ਆ। ਪੰਜਾਬ ਜਿਹੜਾ ਸੀ ਇਹ ਤੇ 100 ਸਾਲ ਹੀ ਗੁਲਾਮ ਰਿਹਾ, ਹਿੰਦੁਸਤਾਨੀ 1000 ਸਾਲ ਤੋਂ ਵੱਧ ਗੁਲਾਮ ਰਹੇ ਆ, 200 ਸਾਲ ਤਾਂ ਅੰਗਰੇਜ਼ਾਂ ਦੇ ਹੀ ਗੁਲਾਮ ਰਹੇ ਆ। ਸੋ ਇਹੋ ਜਿਹੇ ਜਿਹੜੇ ਫੈਕਟਰ ਨੇ ਹੌਲੀ ਹੌਲੀ ਦਿਮਾਗਾਂ ਚੋਂ ਨਿਕਲਦੇ ਆ। ਚੀਨ ਦੀ ਤੁਸੀਂ ਗੱਲ ਕੀਤੀ ਕਿ ਚੀਨ 2 ਸਾਲ ਬਾਅਦ ਸਾਡੇ ਤੋਂ ਆਜ਼ਾਦ ਹੋਇਆ, ਲੇਕਿਨ ਚੀਨ ਦੇ ਸ਼ਾਸਕ ਜਿਹੜੇ ਸੀ ਉਹ ਬੜੇ ਸਟਰੋਂਗ ਸੀ, ਬੜੇ ਪੱਕੇ ਇਰਾਦੇ ਵਾਲੇ ਸੀ, ਦ੍ਰਿੜ ਇਰਾਦੇ ਵਾਲੇ ਸੀ। ਸਾਡੇ ਦੇਸ਼ 'ਚ ਬਹੁਤ ਭਾਸ਼ਾਈ ਦੇਸ਼ ਕਰਕੇ, ਬਹੁਤ ਜਾਤਾਂ ਦਾ ਦੇਸ਼ ਕਰਕੇ ਇੱਥੇ ਦੀ ਸਿਆਸਤਦਾਨਾਂ ਨੂੰ ਲਚਕਦਾ ਰਹਿਣਾ ਪਿਆ, ਤੇ ਉਹ ਚਾਹੁੰਦੇ ਸੀ ਵੀ ਸਾਡਾ ਦੇਸ਼ ਜਿਹੜਾ ਵਾ ਅਨੇਕਤਾ 'ਚ ਏਕਤਾ ਬਣਾ ਕੇ ਰੱਖੀ ਰੱਖੇ। ਜੇ ਚਾਈਨਾ ਨੇ ਪਾਪੂਲੇਸ਼ਨ ਕੰਟਰੋਲ ਦੀ ਗੱਲ ਹੀ ਲੈ ਲਵੋ, ਉਹਨਾਂ ਨੇ ਇੱਕ ਝਟਕੇ 'ਚ ਕੰਮ ਕੀਤਾ ਹੈ। ਹਿੰਦੁਸਤਾਨ 'ਚ ਇਹ ਨਹੀਂ ਹੋ ਸਕਿਆ। ਕੰਮ ਇੱਥੇ ਵੀ ਸ਼ੁਰੂ ਹੋਇਆ ਕਿ ਤੁਸੀਂ ਆਬਾਦੀ ਕੰਟਰੋਲ ਕਰੋ, ਲੇਕਿਨ ਅਪਣਾਇਆ ਕਿਹਨੇ? ਸਿਰਫ ਪੰਜਾਬੀਆਂ ਨੇ। ਅੱਜ ਜੇ ਇੱਕ ਇੱਕ ਦੋ ਦੋ ਬੱਚੇ ਆ ਤਾਂ ਪੰਜਾਬੀਆਂ ਦੇ ਨੇ, ਜੇ ਪਾਪੂਲੇਸ਼ਨ ਘੱਟ ਆ ਤਾਂ ਪੰਜਾਬ ਦੀ ਹੈ, ਹਿੰਦੁਸਤਾਨ ਦੀ ਨਹੀਂ, ਜਾਂ ਦੂਜੀਆਂ ਕੌਮਾਂ ਦੀ ਨਹੀਂ। ਉਹਨਾਂ ਕੋਈ ਪਾਬੰਦੀ ਨਹੀਂ ਕੀਤੀ। ਇੱਕ ਮੁੱਦੇ ਤੇ ਲੈ ਕੇ ਜਦੋਂ ਪਹਿਲਾ ਹੀ ਮੁੱਦਾ ਹੈ ਜਿੱਥੇ ਵਿਕਾਸ ਦੀ ਗੱਲ ਚੱਲਣੀ, ਆਬਾਦੀ ਕਿੰਨੀ ਆ, ਰਾਸ਼ਨ ਕਿੰਨਾ ਵਾ, ਖਾਣਾ ਕਿੰਨਿਆਂ ਨੇ, ਭੁੱਖਿਆਂ ਕਿੰਨਾ ਨੇ ਸੌਣਾ, ਤੇ ਉੱਥੇ ਹੀ ਅਸੀਂ ਉਹਨਾਂ ਤੋਂ ਪਛੜ ਗਏ। ਹੁਣ ਵੀ ਮੈਂ ਡਾਟਾ ਪੜ੍ਹ ਰਿਹਾ ਸੀ, 27% ਲੋਕ ਇਹੋ ਜਿਹੇ ਨੇ ਜਿਹੜੇ ਰਾਤ ਨੂੰ ਭੁੱਖੇ ਸੌਂਦੇ ਸੀ। ਜਦੋਂ ਸਰਦਾਰ ਮਨਮੋਹਨ ਸਿੰਘ ਨੇ ਅੰਨ ਸੁਰੱਖਿਆ ਐਕਟ ਸ਼ੁਰੂ ਕੀਤਾ ਤੇ ਮੁਫਤ ਦੇ ਦਾਣੇ ਦੇਣੇ ਸ਼ੁਰੂ ਕੀਤੇ, ਲੇਕਿਨ ਜਦੋਂ ਮੁਫਤ ਦੇ ਦਾਣੇ ਮਿਲਣ ਲੱਗ ਪਏ ਤੇ ਲੋਕ ਕਹਿੰਦੇ ਕੰਮ ਕਰਨ ਦੀ ਕੀ ਲੋੜ ਆ। ਕਣਕ ਵੀ ਫ੍ਰੀ ਮਿਲ ਰਹੀ ਆ, ਦਾਲ ਵੀ ਫ੍ਰੀ ਮਿਲ ਰਹੀ ਆ, ਬਿਜਲੀ ਵੀ ਫ੍ਰੀ ਮਿਲ ਰਹੀ ਆ, ਪੜ੍ਹਾਈ ਵੀ ਫ੍ਰੀ ਮਿਲ ਰਹੀ ਆ, ਤੇ ਕੰਮ ਕਰ ਲਈ ਕਰਨਾ। ਇਹਨਾਂ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਜੇ ਫ੍ਰੀ ਮਿਲ ਰਿਹਾ ਤਾਂ ਆਪਾਂ ਕੰਮ ਵਾਲੇ ਪਾਸੇ ਤਰੱਕੀ ਦੇ ਤਵੱਜੋ ਦੇ ਕੇ ਆਪਾਂ ਹੋਰ ਚੰਗੇ ਤਰੀਕੇ ਨਾਲ ਵਿਕਾਸ ਕਰ ਲਈਏ, ਚੰਗੇ ਅਹੁਦੇ ਤੇ ਪਹੁੰਚ ਜੀ। ਲੇਕਿਨ ਜੇ ਇਹਦਾ ਪੱਖ ਤੁਸੀਂ ਚਾਈਨਾ 'ਚ ਦੇਖਣਾ ਹੋਵੇ, ਉੱਥੇ ਘਰ ਘਰ 'ਚ ਇੰਡਸਟਰੀ ਹੈ, ਘਰ ਘਰ ਦੇ ਵਿੱਚ ਉਹਨਾਂ ਦੇ ਉਦਯੋਗ ਹੈ, ਚੀਜ਼ ਬਣਾ ਰਹੇ ਆ, ਬਣਾ ਕੇ ਵੇਚ ਰਹੇ ਆ। ਜਿੱਥੇ ਕੁਆਲਿਟੀ ਦੀ ਉਹ ਮਹਿੰਗੀ ਵੇਚ ਰਹੇ ਆ, ਜਿੱਥੇ ਕਿਤੇ ਥੋੜ੍ਹਾ ਜਿਹਾ ਕੁਆਲਿਟੀ ਦਾ ਮਿਆਰ ਨੀਵਾਂ ਉਹ ਸਸਤੀ ਵੇਚ ਰਹੇ ਆ, ਔਰ ਵਰਲਡ ਦੀ ਆਰਥਿਕਤਾ ਤੇ ਉਹ ਕਬਜ਼ਾ ਕਰਨ ਨੂੰ ਫਿਰ ਰਹੇ ਆ। ਅਮਰੀਕਾ ਨੂੰ ਉਹ ਚੈਲੰਜ ਕਰ ਰਹੇ ਆ, ਆਪਣੀ ਹਰ ਚੀਜ਼ ਪ੍ਰੋਡਿਊਸ ਕਰ ਰਹੇ ਆ। ਜਿਹੜੀ ਕੰਦੋਲਾ ਜੀ ਨੇ ਕਹੀ ਸੀ ਗੱਲ ਵੀ ਹਿੰਦੁਸਤਾਨ ਨੇ ਆਪਣੀ ਪ੍ਰੋਡਕਸ਼ਨ ਵੱਲ ਧਿਆਨ ਨਹੀਂ ਦਿੱਤਾ, ਦੂਜਿਆਂ ਤੇ ਨਿਰਭਰਤਾ ਕੀਤੀ ਵੀ ਕੰਪਨੀ ਬਾਹਰੋਂ ਲੈ ਆਓ, ਉਹਨਾਂ ਭਾਈਵਾਲੀ ਪਾ ਲਓ ਤੇ ਚੀਜ਼ ਪੈਦਾ ਕਰ ਲਓ। ਇਸ ਭਾਵਨਾ ਦੀ ਸਾਡੇ 'ਚ ਘਾਟ ਰਹੀ ਆ, ਤੇ ਉਹ ਘਾਟ ਸਾਨੂੰ ਅੱਜ ਵੀ ਰੜਕਦੀ ਆ, ਜਿਸ ਵਜ੍ਹਾ ਕਰਕੇ ਸਾਡੇ ਬੜੇ ਬੜੇ ਵਿਗਿਆਨੀ, ਬਹੁਤ ਬਹੁਤ ਦਾਰਸ਼ਨਿਕ, ਆਰਥਿਕ ਮਾਹਰ, ਖੇਤੀਬਾੜੀ ਦੇ ਮਾਹਰ ਤੇ ਹੋਰ ਕਿੱਤਾ ਮਾਹਰ ਜਿਹੜੇ ਲੋਕ ਸੀ ਉਹ ਇੱਥੋਂ ਨਿਕਲ ਕੇ ਚਲੇ ਗਏ। ਡਾਕਟਰ ਹਰਗੋਬਿੰਦ ਖਰਾਣਾ ਵਰਗੇ ਜਾ ਕੇ ਟੈਸਟ ਟਿਊਬ ਬੇਬੀ ਤੇ ਬਣਾ ਲੈਂਦੇ, ਬਣਾਉਂਦੇ ਕਿੱਥੇ ਨੇ? ਭਾਰਤੀ ਵੀ ਥੋੜਾ ਬਣਾਉਂਦੇ ਆ। ਜਿੰਨੀਆਂ ਅੱਜ ਤੁਸੀਂ ਲੈ ਲਓ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਜਿੰਨੇ ਵੀ ਮਾਰਕੇ ਮਾਰੇ ਆ, ਉਹ ਭਾਰਤੀਆਂ ਨੇ ਮਾਰੇ ਆ। ਜਿੰਨੀਆਂ ਵੀ ਗੂਗਲ ਵਰਗੀਆਂ ਕੰਪਨੀਆਂ ਲੈ ਲਓ, ਜਿਹੜੀ ਮਰਜ਼ੀ ਲੈ ਲਓ, ਕੰਮ ਹਿੰਦੁਸਤਾਨੀਆਂ ਦੇ ਆ। ਕੀਤੇ ਦੂਜੀ ਧਰਤੀ ਤੇ ਜਾ ਕੇ ਜਾ ਰਹੇ ਆ, ਕਿਉਂਕਿ ਇੱਥੇ ਉਹਨੂੰ ਸਾਜ਼ਗਾਰ ਮਾਹੌਲ ਨਹੀਂ ਦਿੱਤਾ ਜਾ ਰਿਹਾ। ਇਹਨਾਂ ਲੋਕਾਂ ਨੇ ਇਹ ਸੋਚ ਲਿਆ ਵੀ ਆਪਣੇ ਢਿੱਡ ਪਹਿਲਾਂ ਕਾਇਮ ਕਰ ਲਓ, ਆਪਣੀ ਗੱਦੀ ਨੂੰ ਇੰਨੇ ਸਾਲਾਂ ਲਈ ਪਹਿਲਾਂ ਸੁਰੱਖਿਅਤ ਕਰ ਲਓ, ਲੋਕਾਂ ਦੀ ਗੱਲ ਬਾਅਦ ਚ ਕਰ ਲਓ ਜੀ। ਠੀਕ ਹੈ ਕਾਲੂ ਸਾਹਿਬ, ਦੋ ਗੱਲਾਂ ਤੁਹਾਡੀ ਗੱਲ ਚੋਂ ਉਭਰੀਆਂ ਨੇ ਕਿ ਜੋ ਸਾਡੇ ਪਿਤਾ ਪੁਰਖਿਆਂ ਨੇ, ਜੋ ਉਹਨਾਂ ਦੇ ਵਿੱਚ ਵਿਗਿਆਨਿਕ ਜਿਹੜੀ ਲਹਿਰ ਨਹੀਂ ਪੈਦਾ ਹੋ ਸਕੀ। ਪਰ ਦੂਜੇ ਪਾਸੇ ਅਸੀਂ ਗੱਲ ਕਰਦੇ ਹਾਂ ਬਲਦੇਵ ਜੀ, ਆਪਾਂ ਰੂਸ ਦੇ ਇਨਕਲਾਬ ਦੀ ਗੱਲ ਕੀਤੀ ਆ, ਕਮਿਊਨਿਸਟ ਦੀ ਗੱਲ ਕੀਤੀ ਆ, ਪਰ ਡੈਮੋਕ੍ਰੇਸੀ ਤੇ ਕਮਿਊਨਿਸਟ ਥੋੜਾ ਜਿਹੜਾ ਫਰਕ ਦੇਖਿਆ ਜਾਵੇ, ਠੀਕ ਆ, ਜੋ ਲੈਨਨ ਦਾ ਜਾਂ ਕਾਰਲ ਮਾਰਕਸ ਦਾ ਸੁਪਨਾ ਸੀ, ਉਹਦੇ ਵਿੱਚ ਇੰਪਲੀਮੈਂਟ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੰਮੇ ਸਮੇਂ ਤੱਕ ਉਹ ਕਾਮਯਾਬ ਨਹੀਂ ਹੋ ਸਕਿਆ। ਤੇ ਨਾਲ ਹੁਣ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ, ਜਿਹੜੀ ਕਾਲੂ ਸਾਹਿਬ ਨੇ ਗੱਲ ਕੀਤੀ ਆ, ਚੀਨ ਦੇ ਵਿੱਚ ਜਿਹੜੀ ਸ਼ਾਇਦ ਉਹ ਤਾਨਾਸ਼ਾਹੀ ਹੈਗੀ ਆ ਕਿ ਲੋਕ ਸਰਕਾਰ ਦੇ ਖਿਲਾਫ ਆਵਾਜ਼ ਵੀ ਨਹੀਂ ਉਠਾ ਸਕਦੇ, ਜਿਹੜੀ ਕਿ ਭਾਰਤ ਦੇ ਵਿੱਚ ਲੋਕਾਂ ਨੂੰ ਆਜ਼ਾਦੀ ਹੈ ਕਿ ਤੁਸੀਂ ਕਿਸੇ ਨੂੰ ਵੀ ਕਟਹਿਰੇ ਵਿੱਚ ਖੜਾ ਕਰਕੇ ਜਨਤਕ ਮੰਤਰ ਤੇ ਜਾ ਕੇ ਤੁਸੀਂ ਆਪਣਾ ਐਲਾਨ ਕਰ ਸਕਦੇ ਆ। ਪਰ ਆਪਾਂ ਗੱਲ ਕਰਦੇ ਹਾਂ, ਤੁਸੀਂ ਰਣਜੀਤ ਸਿੰਘ ਦੀ ਗੱਲ ਆਈ ਸੀ ਵਿੱਚ ਕਿ ਰਣਜੀਤ ਸਿੰਘ ਜੀ ਨੇ ਵੀ ਆਪਣੇ ਰਾਜਕਾਲ ਦੇ ਦੌਰਾਨ ਕਦੇ ਵੀ ਪੰਜਾਬ ਦੇ ਵਿੱਚ ਐਮੂਨੇਸ਼ਨ ਜਾਂ ਹਥਿਆਰ ਬਣਾਉਣ ਦੀ ਕੋਈ ਉਹਨਾਂ ਨੇ ਫੈਕਟਰੀ ਨਹੀਂ ਲਾਈ। ਤੇ ਅੱਜ ਵੀ ਭਾਰਤ ਜਿਹੜਾ ਹੈ ਉਹ ਫਰਾਂਸ, ਬਰਤਾਨੀਆ, ਅਮਰੀਕਾ ਅਤੇ ਰੂਸ ਤੋਂ ਹਥਿਆਰਾਂ ਦੀ ਮੰਗ ਕਰ ਰਿਹਾ ਹੈ। ਇਹ ਵੀ ਆਪਾਂ ਨੂੰ ਦੇਖਣ ਦੀ ਗੱਲ ਪੈਣੀ ਹੈ ਮੇਰੇ ਖਿਆਲ।
ਤੇ ਮੈਂ ਬਲਦੇਵ ਜੀ ਨੂੰ ਇਹਦੇ ਵਿੱਚ ਲਿਆਉਣਾ ਚਾਹਾਂਗਾ। ਪੱਟੀ ਸਾਹਿਬ ਜੀ, ਤੁਹਾਡਾ ਵੀ ਅਸੀਂ ਤੁਹਾਡੇ ਵੱਲ ਵੀ ਆਵਾਂਗੇ ਉਸ ਤੋਂ ਬਾਅਦ ਅਸੀਂ। ਤੇ ਹੁਣ ਮੈਂ ਬਲਦੇਵ ਜੀ ਤੁਹਾਡੇ ਵੱਲ ਆਵਾਂਗਾ ਕਿ ਪਰ ਹੁਣ ਦੇਖਿਆ ਜਾਵੇ ਕਿ ਭਾਰਤ ਨੇ ਵੀ ਜਿਹੜੀ ਸਪੇਸ ਦੇ ਵਿੱਚ ਆ ਸੈਟਲਾਈਟ ਆ ਉਹਨੀ ਬੜੀ ਡਿਵੈਲਪਮੈਂਟ ਕੀਤੀ ਆ, ਕਾਫੀ ਵਿਗਿਆਨਕ ਡਿਵੈਲਪਮੈਂਟ ਹੋ ਰਹੀ ਆ ਪੰਜਾਬ ਦੇ ਮੌਕੇ ਨਾਲ। ਭਾਰਤ ਦੇ ਜਿੰਨੇ ਵੀ ਜਿਹੜੇ ਖੋਜੀ ਵਿਗਿਆਨੀ ਨੇ ਉਹ ਵੱਖਰੀਆਂ ਵੱਖਰੀਆਂ ਲੈਬਸ ਦੇ ਵਿੱਚ ਕੰਮ ਕਰ ਰਹੇ ਆ। ਇਸ ਡਿਵੈਲਪਮੈਂਟ ਬਾਰੇ ਬਲਦੇਵ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ? ਦੇਖੋ ਚੰਦਰਪਾਲ ਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਰੂਸ ਦੇ ਬਾਰੇ ਵੀ ਕਿਹਾ ਹੈਗਾ ਕਿ ਅਸੀਂ ਇਹੀ ਦੇਖਦੇ ਹਾਂ, ਸਾਡਾ ਜਿਹੜਾ ਦ੍ਰਿਸ਼ਟੀਕੋਣ ਇਹੀ ਆ ਕਿ ਸ਼ਾਇਦ ਜਿਹੜੀ ਚੀਨੇ ਹੈਗੇ ਆ ਉਹ ਵੀ ਸਾਡੇ ਵਾਂਗੂ ਗੁਲਾਮ ਸੀ ਤੇ ਉਹ 1949 ਦੇ ਵਿੱਚ ਆਜ਼ਾਦ ਹੋ ਗਏ। ਬਿਲਕੁਲ ਗਲਤ ਹੈਗੀ ਆ। ਉਹਨਾਂ ਦਾ ਜਿਹੜਾ ਆਪਣੇ ਦੇਸ਼ ਦੇ ਅੰਦਰ ਸੰਘਰਸ਼ ਚੱਲ ਰਿਹਾ ਸੀਗਾ, ਉਹਨਾਂ ਨੇ ਆਪਣੀ ਹੀ ਇੱਕ ਸਰਕਾਰ ਨੂੰ ਬਦਲ ਕੇ ਦੂਜੀ ਲਿਆਂਦੀ ਸੀ, ਕਿਉਂਕਿ ਉਹ ਆਪਣੇ ਦੇਸ਼ ਦੇ ਅੰਦਰ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਸੁਧਾਰਨਾ ਚਾਹੁੰਦੇ ਸੀ। ਲੇਕਿਨ ਭਾਰਤੀਆਂ ਦੀ ਜੱਦੋ-ਜਹਿਦ ਸੀ ਕਿ ਇਹਨਾਂ ਤੇ ਜਿਹੜਾ ਕਬਜ਼ਾ ਬਾਹਰਲੇ ਦੇਸ਼ ਦਾ ਸੀਗਾ ਉਹਦੇ ਤੋਂ ਆਪਣੀ ਆਜ਼ਾਦੀ ਪਾਉਣਾ ਚਾਹੁੰਦੇ ਸੀ। ਤੇ ਇਹਦੇ ਵਿੱਚ ਹੀ ਜਿਹੜਾ ਡਿਫਰੈਂਸ ਹੈਗਾ ਆ, ਰਵੱਈਏ ਦਾ ਡਿਫਰੈਂਸ ਹੈਗਾ, ਉਹ ਇਹੀ ਹੈਗਾ ਕਿ ਭਾਰਤ ਦੇ ਲੋਕਾਂ ਨੇ ਹਜੇ ਤੱਕ ਵੀ ਭਾਰਤ ਦੇ ਲੋਕ ਆਪਣੀ ਸਿਫਤ ਕਰਨ ਤੋਂ ਟਲਦੇ ਨਹੀਂ ਹੈਗੇ ਜੀ। ਸਾਡੀ ਤਾਂ ਡੈਮੋਕ੍ਰੇਸੀ ਆ, ਉਹਨੂੰ ਡੈਮੋਕ੍ਰੇਸੀ ਕਹਿੰਦੇ ਆ ਜੀ, ਲੋਕ ਰਾਜ ਆ। ਕਿਹੜਾ ਇਹ ਲੋਕ ਰਾਜ ਆ? ਔਰ ਚੀਨ ਨੂੰ ਭੰਡਣ ਦੀ ਕੋਸ਼ਿਸ਼ ਕਰਦੇ ਜੀ, ਤੁਹਾਡੇ ਵਿੱਚ ਲੋਕ ਰਾਜ ਨਹੀਂ ਹੈਗਾ। ਉਹਨਾਂ ਦੇ ਵਿੱਚ ਉਹਨਾਂ ਨੇ ਇਹ ਆਪਣੇ ਨਾਲ ਵਾਅਦਾ ਕਰ ਲਿਆ ਸੀ ਕਿ ਅਸੀਂ ਚੀਨ ਜਿਹੜਾ ਦੇਸ਼ ਹੈਗਾ ਇਹਨੂੰ ਇੰਪਰੂਵ ਕਰਨਾ, ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਠੀਕ ਕਰਨੀ ਹੈਗੀ ਆ। ਲੇਕਿਨ ਭਾਰਤ ਨੇ ਜੋ ਅੰਗਰੇਜ਼ ਉੱਥੇ ਸਰਕਾਰ ਦਾ ਢਾਂਚਾ ਦੇ ਆਏ ਸੀਗੇ, ਉਹ ਸਰਕਾਰ ਦਾ ਢਾਂਚਾ ਕਿਹੋ ਜਿਹਾ ਦੇ ਕੇ ਆਏ ਆ? ਬਿਲਕੁਲ 100% ਬ੍ਰਿਟਿਸ਼ ਢਾਂਚੇ ਦੀ ਨਕਲ ਸੀਗੇ। ਇਸ ਵੇਲੇ ਜਿਹੜੀ ਉੱਥੇ ਸਰਕਾਰ ਵੀ ਚੱਲ ਰਹੀ ਆ, ਜਿਹਨੂੰ ਭਾਰਤੀ ਡੈਮੋਕ੍ਰੇਸੀ ਕਹਿੰਦੇ ਆ, ਉੱਥੇ ਦੀ ਰਾਜ ਸਭਾ ਹੋਈ, ਲੋਕ ਸਭਾ ਹੋਈ, ਉੱਥੇ ਦੀਆਂ ਚੋਣਾਂ ਹੋਈਆਂ, ਉਹ ਸਾਰੇ ਦਾ ਸਾਰਾ ਢਾਂਚਾ ਜਿਹੜਾ ਆ ਉਹ ਜੋ ਬ੍ਰਿਟਿਸ਼ ਉੱਥੇ ਸਥਾਪਿਤ ਕਰਕੇ ਆਏ ਸੀਗੇ ਉਹਦੇ ਲਿਹਾਜ਼ ਤੇ ਚੱਲਦਾ। ਭਾਰਤੀਆਂ ਨੇ ਆਪਣੀਆਂ ਲੋੜਾਂ ਦੇ ਲਈ ਉਹ ਸਰਕਾਰ ਦਾ ਢਾਂਚਾ ਨਹੀਂ ਬਦਲ ਗਿਆ, ਨਾ ਉਹਨਾਂ ਨੇ ਕੁਝ ਹੋਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਆਪਾਂ ਬਲਦੇਵ ਜੀ ਥੋੜੀ ਜਿਹੜੀ ਇਸਰੋ ਹੈਗੀ ਆ ਜਾਂ ਇੰਡੀਅਨ ਸਪੇਸ ਇੰਸਟੀਚਿਊਟ ਹੈਗੀ ਆ ਭਾਰਤ ਦੀ, ਬਿਲਕੁਲ ਮੈਂ ਉਧਰ ਨੂੰ ਹੀ ਆ ਰਿਹਾ ਹੈਗਾ ਚੰਦਰਪਾਲ ਜੀ, ਉਧਰ ਨੂੰ ਹੀ ਆ ਰਿਹਾ ਹੈਗਾ ਕਿ ਜੇਕਰ ਅਸੀਂ ਉੱਥੇ ਦਾ ਜਿਹੜਾ ਢਾਂਚਾ ਹੈਗਾ, ਜੇਕਰ ਉੱਥੇ ਦੀ ਸਿੱਖਿਆ ਪ੍ਰਣਾਲੀ ਦੀ ਵੀ ਗੱਲ ਕਰੀਏ, ਉਹ ਭਾਰਤੀ ਸਿੱਖਿਆ ਪ੍ਰਣਾਲੀ ਨਹੀਂ ਹੈਗੀ। ਉਹ ਸਿਰਫ ਤੇ ਸਿਰਫ ਅੰਗਰੇਜ਼ਾਂ ਦੀਆਂ ਲਾਈਨਾਂ ਤੇ ਜੋ ਇਹ ਉੱਥੇ ਯੂਨੀਵਰਸਿਟੀਆਂ ਪੈਦਾ ਕਰਕੇ ਆਏ ਸੀਗੇ ਉਹਦੇ ਤੇ ਹੀ ਚੱਲੀਆਂ ਆ ਰਹੀਆਂ ਹੈਗੀਆਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿ ਭਾਰਤ ਨੇ ਬਹੁਤ ਤਰੱਕੀ ਕੀਤੀ। ਤੁਸੀਂ ਇਸਰੋ ਦਾ ਨਾਂ ਲਿਆ ਹੈਗਾ, ਸਪੇਸ ਪ੍ਰੋਗਰਾਮ ਉਹਨਾਂ ਨੇ ਐਸਟੈਬਲਿਸ਼ ਕੀਤਾ ਹੈਗਾ। ਜੇਕਰ ਇਹਨੂੰ ਤੁਸੀਂ ਐਨ ਚੰਗੀ ਤਰ੍ਹਾਂ ਅੰਦਰੋਂ ਵੜ ਕੇ ਦੇਖੋ ਤੇ ਉਹ ਕੀ ਸਾਡੀ ਇਹ ਇੰਡੀਜਨਸ ਡਿਵੈਲਪਮੈਂਟ ਹੈਗੀ ਆ ਜਾਂ ਕਿ ਇਹ ਨਕਲ ਮਾਰ ਕੇ ਕੰਮ ਕੀਤਾ ਆ? ਮੈਂ ਕਹੂੰਗਾ ਕਿ ਬਈ ਇਹ ਸਿਰਫ ਤੇ ਸਿਰਫ ਨਕਲ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ। ਕਿ ਟੈਕਨੋਲੋਜੀ ਜਿਹੜੀ ਆ ਉਹਨੂੰ ਇੰਪੋਰਟ ਕੀਤਾ ਜਾਂਦਾ ਹੂ ਉਸੇ ਤਰ੍ਹਾਂ ਦੀ, ਉਹਨੂੰ ਨਕਲ ਕਰਕੇ। ਦੇਖੋ ਜਿਹੜੀ ਇਸਰੋ ਬਣੀ ਹੈਗੀ ਆ ਉਹ ਭਾਰਤ ਦੀਆਂ ਜ਼ਰੂਰਤਾਂ ਸੀਗੀਆਂ ਔਰ ਬਣਨੀ ਵੀ ਚਾਹੀਦੀ ਸੀ, ਇਹਦੇ ਵਿੱਚ ਤਰੱਕੀ ਵੀ ਕੀਤੀ ਆ। ਕਿ ਇਹ ਜਿਹੜੀ ਇਸਰੋ ਹੈਗੀ ਆ ਉਹ ਭਾਰਤ ਦੀ ਧਰਤੀ ਤੋਂ ਉੱਗੀ ਆ ਜਾਂ ਕਿ ਬਾਹਰੋਂ ਲਿਆ ਕੇ ਇਹਨੂੰ ਭਾਰਤ ਦੀ ਧਰਤੀ ਦੇ ਉੱਤੇ ਥੋਪਿਆ ਗਿਆ ਹੈਗਾ? ਸਾਨੂੰ ਇਹ ਜਿਹੜੀ ਪਛਾਣ ਆ ਇਹ ਕਰਨੀ ਪਏਗੀ ਕਿ ਸਾਡੀ ਜਿਹੜੀ ਤਰੱਕੀ ਆ ਕਿ ਸਾਡੇ ਆਪਣੇ ਕੰਮਾਂ ਦੇ ਨਾਲ ਹੋਈ ਆ ਜਾਂ ਕਿ ਅਸੀਂ ਉਹਨੂੰ ਬਾਹਰਲੀ ਨਕਲ ਕਰਕੇ ਉਹ ਤਰੱਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਠੀਕ ਹੈ ਬਲਦੇਵ ਜੀ, ਮੇਰੇ ਖਿਆਲ ਦੇ ਵਿੱਚ ਤਾਂ ਆਮ ਤੌਰ ਤੇ ਜਿਹੜੀ ਇਹ ਭਾਵਨਾ ਬਣੀ ਆ ਕਿ ਤੁਹਾਨੂੰ ਗਿਆਨ ਕਿਤੋਂ ਵੀ ਮਿਲਦਾ, ਤੁਹਾਨੂੰ ਲੈ ਲਓ ਜਾ ਕੇ ਉੱਥੋਂ। ਔਰ ਇਹ ਵੀ ਦੇਖਦੇ ਆ ਕਿ ਇਹ ਜਿਹੜੇ ਮੁਲਕਾਂ ਦੇ ਜਿਹੜੇ ਨੁਮਾਇੰਦੇ ਆ ਉਹ ਵੀ ਬਾਹਰ ਜਾ ਕੇ ਦੇਖਦੇ ਆ ਕਿ ਉੱਥੇ ਕਿਹੋ ਜਿਹੀ ਡਿਵੈਲਪਮੈਂਟ ਹੋ ਰਹੀ ਹੈ। ਜੇ ਅਸੀਂ ਸਪੇਸ ਦੀ ਗੱਲ ਕਰੀਏ, ਬਰਤਾਨੀਆ ਨੇ ਕਿਹੜੀ ਕੋਈ ਮੱਲ ਮਾਰੀ ਹੈਗੀ ਹੈ ਸਪੇਸ ਦੇ ਵਿੱਚ, ਆਪਾਂ ਨੂੰ ਨਹੀਂ ਸਮਝ ਲੱਗਦੀ ਹੈਗੀ, ਕਰਕੇ ਇਹਨਾਂ ਨੇ ਸਾਰੀ ਦੁਨੀਆ ਤੇ ਵੀ ਰਾਜ ਕੀਤਾ। ਇਹ ਵੀ ਗੱਲ ਕਰਦੇ ਆ ਆਪਾਂ। ਖੈਰ ਅਸੀਂ ਵਿਸ਼ਾ ਹੁਣ ਚੇਂਜ ਕਰਾਂਗੇ, ਥੋੜਾ ਜਿਹਾ ਜਾਵਾਂਗੇ ਫਿਰ ਜਸਵੀਰ ਸਿੰਘ ਜੀ ਪੱਟੀ ਵੱਲ, ਅਸੀਂ ਪੰਜਾਬ ਦੀ ਗੱਲ ਕਰਾਂਗੇ। ਜਸਵੀਰ ਸਿੰਘ ਜੀ,
ਤੁਹਾਡੇ ਨਾਲ ਗੱਲ ਕਰਾਂਗੇ ਕਿ ਆਜ਼ਾਦੀ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ, ਪੰਜਾਬ ਦੀ ਅਸੀਂ ਹੁਣ ਗੱਲ ਕਰਾਂਗੇ ਤੁਹਾਡੇ ਨਾਲ, ਕਿਉਂਕਿ ਤੁਹਾਨੂੰ ਪੰਜਾਬ ਦਾ ਬਹੁਤ ਬਾਖੂਬੀ ਤੁਹਾਨੂੰ ਗਿਆਨ ਹੈ। ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਆਪਣੀ ਕਿੰਨੀ ਕੁ ਜ਼ਿੰਮੇਵਾਰੀ ਦੇ ਨਾਲ ਆਪਣਾ ਜਿਹੜਾ ਰੋਲ ਨਿਭਾਇਆ ਤਾਂ ਕਿ ਉਹ ਆਪਣੇ ਪੰਜਾਬ ਦੇ ਲੋਕਾਂ ਨੂੰ ਜੋ ਉਹਨੇ ਸੁਪਨੇ ਦੇਖੇ ਸੀ ਆਜ਼ਾਦੀ ਤੋਂ ਪਹਿਲਾਂ, ਤੁਸੀਂ ਤਾਂ 1600 ਤੋਂ ਸ਼ੁਰੂ ਕੀਤੀ ਆ, 1857 ਦੇ ਗਦਰ ਦੀ ਵੀ ਗੱਲ ਕੀਤੀ ਆ, ਉਹ ਸੁਪਨਿਆਂ ਦਾ ਕੀ ਬਣਿਆ, ਕਿਹੜੀ ਵਜ੍ਹਾ ਸੀ ਕਿ ਉਹ ਜਿਹੜੇ ਸੁਪਨੇ ਉਹਨਾਂ ਪੰਜਾਬੀਆਂ ਦੇ ਪੂਰੇ ਨਹੀਂ ਹੋ ਸਕੇ? ਭੱਟੀ ਸਾਹਿਬ ਜੀ। ਪਹਿਲੀ ਗੱਲ ਤੇ ਮੈਂ ਬਲਦੇਵ ਜੀ ਨੂੰ ਦੱਸ ਦਿਆਂ, ਪ੍ਰਿਥਵੀ, ਅਗਨੀ, ਤ੍ਰਿਸ਼ੂਲ, ਆਕਾਸ਼, ਨਾਗ, ਉਹ ਮਜ਼ਾਈਲਾਂ ਚ ਇੰਡੀਆ ਦੇ ਕੋਲ ਨੇ, ਵਾਹ। ਜਿਹੜੀਆਂ ਸਾਡੀ ਆਪਣੀ ਪ੍ਰੋਡਕਸ਼ਨ ਨੇ। ਐਵੇਂ ਮਜ਼ਾਈਲ ਮੈਨ ਨਹੀਂ ਕਿਹਾ ਗਿਆ ਸੀ ਅਬਦੁਲ ਕਲਾਮ ਨੂੰ। 2007 ਤੋਂ ਲੈ 2002 ਤੋਂ ਲੈ ਕੇ 2007 ਤੱਕ ਹੋ ਰਿਹਾ ਰਾਸ਼ਟਰਪਤੀ। ਤੇ ਜੋ ਅੰਮ੍ਰਿਤਸਰ ਆਇਆ ਸੀ, ਬੱਚੀਆਂ ਨੇ ਪੁੱਛਿਆ ਸੀ ਉਹਨੂੰ, ਸਰ ਤੁਸੀਂ ਮੈਰਿਜ ਕਿਉਂ ਨਹੀਂ ਕਰਾਈ? ਕਹਿੰਦਾ ਜੀ ਸਮਾਂ ਹੀ ਨਹੀਂ ਮਿਲਿਆ। ਇਹਨੇ ਸਾਡੇ ਡਿਵੋਟੀ ਬੰਦੇ ਨੇ ਆਪਣੇ ਕੰਮ ਨੂੰ ਇੱਥੇ ਇੰਡੀਆ ਦੇ ਵਿੱਚ, ਜਿਹੜੇ ਕੰਮ ਨੂੰ ਲੱਗ ਪੈਂਦੇ ਉਹ ਨੇਪਰੇ ਚੜ ਕੇ ਛੱਡ ਦੇਣੀ। ਤੁਸੀਂ ਪੰਜਾਬ ਦੀ ਗੱਲ ਕੀਤੀ, ਮੈਂ ਤੁਹਾਨੂੰ ਦੱਸ ਰਿਹਾ ਹੁਣ ਜੀ, ਪੰਜਾਬ ਨੇ ਕਿਹੜੇ ਪਾਸੋਂ ਤਰੱਕੀ ਨਹੀਂ ਕੀਤੀ, ਮੈਨੂੰ ਦੱਸੋ ਤੁਸੀਂ। ਅੱਜ ਦੀ ਡੇਟ ਦੇ ਵਿੱਚ ਮੈਂ ਫਿਰ ਉਹੀ ਗੱਲ ਕਹਿੰਦਾ, ਇਹ ਖੇਤੀ ਪ੍ਰਧਾਨ ਸੂਬਾ ਵਾ। ਖੇਤੀ ਪ੍ਰਧਾਨ ਦੇ ਅੱਜ ਵੀ ਅਸੀਂ 40% ਅਨਾਜ ਜਿਹੜਾ ਦੇ ਰਹੇ ਹਾਂ ਦੇਸ਼ ਨੂੰ। ਜੇ ਇੱਥੇ ਅਸੀਂ ਅੱਜ ਟਰੈਕਟਰ ਵੀ ਬਣਾ ਰਹੇ ਹਾਂ, ਇੱਥੇ ਅਸੀਂ ਅੱਜ ਟਰੱਕ ਵੀ ਬਣਾ ਰਹੇ ਹਾਂ। ਜਿਹੜੀ ਸਵਰਾਜ ਮੱਝਾਂ ਦੀ ਫੈਕਟਰੀ ਕਿੱਥੇ ਲੱਗੀ ਆ? ਸਵਰਾਜ ਟਰੈਕਟਰ ਦੀ ਫੈਕਟਰੀ ਕਿੱਥੇ ਲੱਗੀ ਆ? ਸਾਡੇ ਕੋਲ ਡੈਮ ਨੇ, ਸਾਡੇ ਕੋਲ ਨਹਿਰਾਂ ਨੇ, ਸਾਡੇ ਕੋਲ ਜਿੰਨੀਆਂ ਲੜਾਈਆਂ ਜਿੱਤੀਆਂ ਵਾ। ਜੇ ਕਿਤੇ ਸਿੱਖ ਤਾਂ ਹੁੰਦੇ ਤੇ ਬੰਗਲਾਦੇਸ਼ ਨਾ ਬਣਦਾ। ਇੱਕ ਐਂਕਰ ਸੀਗਾ, ਐਂਕਰ ਬਕਾਇਦਾ ਤੌਰ ਤੇ ਲਾਹੌਰ ਰੇਡੀਓ ਦਾ 1971 ਦੀ ਗੱਲ ਆ ਜੀ। ਉਹ ਇੱਕ ਜਰੈਤੀ ਪ੍ਰੋਗਰਾਮ ਤੇ ਹੋਣਾ ਹੁੰਦਾ ਸੀਗਾ। ਉਹ ਉਹਨੂੰ ਪੁੱਛਦਾ ਵਾ, ਉਹ ਕਹਿੰਦਾ ਜੀ ਲੜਾਈ ਆ ਤੇ ਆਪਣੀ ਫੌਜਾਂ ਕਿੱਥੇ ਗਾ? ਕਹਿੰਦਾ ਜੀ ਬਸ ਅੰਮ੍ਰਿਤਸਰ ਪਹੁੰਚਣ ਵਾਲੀਆਂ ਫੌਜਾਂ ਆਪਣੀਆਂ। ਕਹਿੰਦਾ ਇੰਨੀ ਦੇਰ? ਕਹਿੰਦਾ ਜੀ ਜਿਹੜੀ ਹੈ ਨਾ ਅਟਾਰੀ ਤੋਂ ਲੈ ਕੇ ਤੇ ਅੰਬਾਲੇ ਤੱਕ ਇੱਥੇ ਸਿੱਖ ਵਸਦੇ ਨੇ, ਉਹ ਬੜੇ ਬਹਾਦਰ ਤੇ ਬੜੇ ਲੜਾਕੇ ਨੇ। ਸਾਡੀਆਂ ਫੌਜਾਂ ਨੂੰ ਅੰਬਾਲੇ ਤੱਕ ਜਿਹੜਾ ਵਾ ਲੜਾਈ ਲੜਨੀ ਪਊਗੀ। ਗਾਂ ਅਸੀਂ ਜਿਹੜੀ ਮੱਛਰਮਾਰ ਦਵਾਈ ਨਹੀਂ DDT ਆਉਂਦੀ ਆ, ਉਹ ਛਿੜਕ ਕੇ ਦਿੱਲੀ ਪਹੁੰਚ ਜਾਗੇ। ਮਤਲਬ ਸਾਡਾ ਦੁਸ਼ਮਣ ਦੇਸ਼ ਵੀ ਸਾਡੀ ਬਹਾਦਰੀ ਤੇ ਕਾਇਲ ਆ। ਜੀ, ਪੰਜਾਬ ਨੇ ਕਿਹੜੇ ਖੇਤਰ ਤਰੱਕੀ ਨਹੀਂ ਕੀਤੀ? ਲੇਕਿਨ ਮੈਂ ਫਿਰ ਉਹੀ ਗੱਲ ਕਹਿੰਦਾ, ਸਾਨੂੰ ਸਾਡੇ ਭ੍ਰਿਸ਼ਟ, ਸਵਾਰਥੀ, ਨਕਮੇ ਲੀਡਰ ਮਿਲ ਗਏ ਜਿਨ੍ਹਾਂ ਸਾਡੇ ਪੰਜਾਬ ਦਾ ਕੁਝ ਬਣ ਨਹੀਂ ਦਿੱਤਾ। ਜੇ ਕਿਤੇ ਸਾਡੇ ਪੰਜਾਬ ਦੇ ਲੀਡਰ ਪ੍ਰਤਾਪ ਸਿੰਘ ਕਰੋ ਬਾਕੀ ਬਾਕੀ, ਭਾਵੇਂ ਪ੍ਰਤਾਪ ਸਿੰਘ ਕਰਪਟ ਸੀਗਾ, ਲੇਕਿਨ ਉਹਨਾਂ ਨੇ ਪੰਜਾਬ ਵਾਸਤੇ ਬਹੁਤ ਕੁਛ ਕੀਤਾ। ਮੈਂ ਇਹ ਨਹੀਂ ਗੱਲ ਕਹਿੰਦਾ ਬਾਕੀ ਨੇ ਕੀਤਾ, ਬਾਕੀ ਨੇ ਆਪਣੀ ਹੈਸੀਅਤ ਦਾ ਵੀ ਕੀਤਾ, ਲੇਕਿਨ ਜਿੰਨਾ ਕੁਝ ਹੋਣਾ ਚਾਹੀਦਾ ਉਹਨਾਂ ਨਹੀਂ ਹੋਇਆ। ਤੇ ਅੱਜ ਜਿਹਦੇ ਕਰਕੇ, ਅੱਜ ਸਾਡੇ ਲੀਡਰਾਂ ਦੇ ਕਰਕੇ ਪੰਜਾਬ ਜਿਹੜਾ 3 ਲੱਖ ਕਰੋੜ ਦਾ ਖਰਚਾਈ ਹੈ। ਜੇ ਲੀਡਰ ਸਾਡੇ ਸਹੀ ਹੁੰਦੇ, ਉਹ ਪੰਜਾਬ ਤੇ ਸਵੇਰੇ ਲਿਵਰੀ ਮੈਂ ਸੀ, ਦੁੱਧ ਦੇਣ ਵਾਲੀ ਸੀਗੀ, ਤੁਸੀਂ ਇਹਨੂੰ ਬੰਡਰ ਬਣਾਤਾ ਜੀ। ਤੇ ਕਾਲੂ ਸਾਹਿਬ, ਤੁਸੀਂ ਕਿਉਂਕਿ ਪੰਜਾਬ ਤੋਂ ਬਾਹਰ ਵੀ ਜਾਂਦੇ ਰਹੇ ਹੋ, ਤੁਹਾਨੂੰ ਆਪਣੇ ਜਿਹੜਾ ਤੁਹਾਡਾ ਕਾਰਜ ਖੇਤਰ ਹੈਗਾ ਉਹਦੇ ਸੰਬੰਧ ਵਿੱਚ ਤੁਹਾਨੂੰ ਮਹਾਰਾਸ਼ਟਰ ਤੇ ਹੋਰ ਪ੍ਰਾਂਤਾਂ ਵਿੱਚ ਜਾਣਾ ਪੈਂਦਾ, ਤੇ ਉਹਦੀ ਦੂਜੀਆਂ ਪ੍ਰਾਂਤਾਂ ਦੇ ਮੁਕਾਬਲੇ ਤੁਸੀਂ ਪੰਜਾਬ ਦੀ ਜਿਹੜੀ ਅਰਥਚਾਰਾ ਹੈ ਉਹਦੀ ਕੀ ਸਥਿਤੀ ਦੇਖਦੇ ਆ ਇਸ ਵੇਲੇ ਕਾਲੂ ਸਾਹਿਬ? ਮਾਹਲ ਸਾਹਿਬ, ਪੰਜਾਬ ਦਾ ਅਰਥਚਾਰਾ ਬੜਾ ਮਜ਼ਬੂਤ ਆ। ਲੇਕਿਨ ਮੈਂ ਗੱਲ ਕਹਿਣੀ ਚਾਹੂੰਗਾ ਵੀ ਸਾਡੀ ਜੇਬ 'ਚ ਪੈਸਾ ਬੜਾ ਆ ਰਿਹਾ, ਲੇਕਿਨ ਉਹ 'ਚੋਂ ਨਿਕਲ ਕਿੰਨਾ ਰਿਹਾ ਇਹਦਾ ਹਿਸਾਬ ਕਿਤਾਬ ਨਹੀਂ ਲਾ ਰਿਹਾ। ਅਸੀਂ 2 ਮਣ ਕਣਕ ਕਿੱਲੇ ਦੀ ਕੱਢਦੇ ਸਾਂ, ਅੱਜ ਅਸੀਂ 25 ਕੁਇੰਟਲ ਕੱਢਦੇ ਹਾਂ। ਅਸੀਂ 2 ਮਣ ਕਪਾਹ ਕੱਢਦੇ ਸਾਂ, ਅਸੀਂ 25 ਕੁਇੰਟਲ ਕੱਢਦੇ ਹਾਂ ਕਿੱਲੇ 'ਚੋਂ। ਅੰਬਾਰ ਲਾ ਦਿੱਤੇ ਆ, ਦੇਸ਼ੀ ਲੋਕਾਂ ਦਾ ਢਿੱਡ ਭਰ ਦਿੱਤਾ। ਜਿਹੜੀਆਂ ਫੋਰਨ 'ਚੋਂ ਕੰਪਨੀਆਂ ਆਈਆਂ ਸੀ ਖਾਦਾਂ ਦਵਾਈਆਂ ਦੀਆਂ, ਉਹਨਾਂ ਨੂੰ ਅਸੀਂ ਮਾਲੋ ਮਾਲ ਕਰਤਾ। ਲੇਕਿਨ ਉਹ ਸਾਰਾ ਭੰਡਾਰ ਕਰਨ ਤੋਂ ਬਾਅਦ, ਵੇਚਣ ਤੋਂ ਬਾਅਦ, ਜਦੋਂ ਬੈਂਕ 'ਚ ਪੈਸੇ ਆ ਜਾਂਦੇ, ਜਦੋਂ ਹਿਸਾਬ ਲਾਈਦਾ ਵੀ ਜਾਂਦੇ ਕਿੱਥੇ ਆ, ਤੇ ਹਰ ਪਰਿਵਾਰ ਦਾ 2 ਲੱਖ ਤੇ ਸਾਲ ਦਾ ਹਸਪਤਾਲਾਂ 'ਚ ਹੀ ਚਲ ਜਾਂਦਾ। ਅੰਮ੍ਰਿਤਸਰ ਦੀ ਇੱਕ ਸੜਕ ਮਜੀਠਾ ਰੋਡ, ਜਿਹਦੇ ਤੇ ਬੜਾ ਵੱਡਾ ਗੁਰੂ ਨਾਨਕ ਹਸਪੀਟਲ ਆ, 5-7 ਦਿਨ ਪੈਂਦਿਆਂ ਮੈਂ ਲੰਘਦਿਆਂ ਮੇਰਾ ਧਿਆਨ ਪੈ ਗਿਆ ਵੀ ਗਿਣਾ ਹਸਪੀਟਲ ਕਿੰਨੇ ਗਿਆ। ਤੇ 3 ਕਿਲੋਮੀਟਰ ਦੇ ਵਾਏ ਦੇ ਵਿੱਚ ਮੈਨੂੰ 40 ਮਲਟੀ ਸਪੈਸ਼ਲਟੀ ਹਸਪੀਟਲ ਮਿਲੇ ਪ੍ਰਾਈਵੇਟ, ਤੇ ਜਿਹਦੇ 'ਚ ਮਰਜ਼ੀ ਚਲੇ ਜਾਓ, ਕਹਿੰਦੇ ਜਗ੍ਹਾ ਨਹੀਂ ਖਾਲੀ, ਬੈੱਡ ਹੈ ਨਹੀਂ ਗਾ। ਹਰ ਬੰਦਾ ਬਿਮਾਰ ਆ,
ਇਸ ਪ੍ਰੋਡਕਸ਼ਨ ਦੀ ਵਜ੍ਹਾ ਨਾਲ ਜਿਹੜੀ ਅਸੀਂ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ ਲੈ ਕੇ ਆ, ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਲਿਆ, ਕਰਜ਼ੇ ਥੱਲੇ ਆ ਗਏ। ਪੱਟੀ ਸਾਹਿਬ ਨੇ ਗੱਲ ਕੀਤੀ 3 ਲੱਖ ਕਰੋੜ ਦੇ ਕਰਜ਼ੇ ਦੀ, ਉਹ ਸਿਰਫ ਸਰਕਾਰ ਦਾ ਹੈ। 1,28,000 ਕਰੋੜ ਰੁਪਇਆ ਕਰਜ਼ਾ ਕਿਸਾਨਾਂ ਦੇ ਸਿਰ ਤੇ ਆ ਪੰਜਾਬ ਦੇ। ਪ੍ਰਤੀ ਪਿੰਡ 10 ਕਰੋੜ ਰੁਪਇਆ ਕਰਜ਼ਾ ਪੰਜਾਬ ਦੇ ਕਿਸਾਨਾਂ ਸਿਰ ਹੈ। ਪ੍ਰਤੀ ਪਰਿਵਾਰ 5 ਤੋਂ ਲੈ ਕੇ 10 ਲੱਖ ਰੁਪਇਆ ਕਿਸਾਨ ਦੇ ਸਿਰ ਤੇ ਹੈ। ਵੱਡੇ ਦੇ ਸਿਰ ਤੇ ਲਿਮਟ 50 ਲੱਖ ਦੀ ਹੋਊਗੀ, ਛੋਟੇ ਦੀ ਲੱਖ ਦੀ ਹੋਏਗੀ। ਇਹ ਸਾਡੀ ਆਰਥਿਕ ਸਥਿਤੀ ਦਾ ਅਸਲ ਸੱਚ ਆ। ਔਰ ਇਸ ਆਰਥਿਕ ਸਥਿਤੀ ਦੇ ਨਾਲ ਨਾਲ ਜਿਹੜੀ ਸਾਨੂੰ ਮਾਨਸਿਕ ਮਾਰ ਪਈ ਆ, ਵਾਅਦੇ ਮੁਤਾਬਕ ਸਾਨੂੰ ਆਜ਼ਾਦੀ ਦੀ ਆਪਾਂ ਗੱਲ ਕਰ ਰਹੇ ਹਾਂ, ਸਾਨੂੰ ਕਿਹਾ ਕਿ ਅਸੀਂ ਆਜ਼ਾਦ ਕੀਤਾ ਦਿਆਂਗੇ, ਸਾਨੂੰ ਆਜ਼ਾਦ ਕੀਤਾ ਨਹੀਂ ਮਿਲਿਆ। 84 ਦੇ ਵਿੱਚ ਸਾਰਿਆਂ ਦੇ ਸਾਹਮਣੇ ਗੁਰਦੁਆਰਾ ਸਾਹਿਬਾਂ ਤੇ ਅਟੈਕ ਹੋਏ ਆ। ਇਸ ਬੰਦੇ ਦਾ ਨਾਮ ਲੈ ਕੇ ਜਿੱਤੇ ਕੋਈ FIR ਹੀ ਨਹੀਂ ਹੈਗੀ। ਉਹ ਤੇ ਫਿਰ ਵੀ ਇੱਕ ਗੁਰਦੁਆਰੇ 'ਚ ਬੈਠਾ ਹੀ, ਚੌਕੀਆਂ ਤੇ ਅਟੈਕ ਹੋ ਗਏ। 84 ਦਾ ਜਨ ਸੰਘਾਰ ਹੋਇਆ ਕਾਨਪੁਰ 'ਚ, ਦਿੱਲੀ 'ਚ, ਅਜੇ ਤੱਕ ਅਦਾਲਤਾਂ ਇਨਸਾਫ ਨਹੀਂ ਦੇ ਸਕੀਆਂ। ਜਿਹੜੇ ਸਿੱਖ ਕੈਦੀਆਂ ਨੂੰ ਬਾਗੀ ਕਹਿ ਕੇ ਫੜ ਲਿਆ ਸੀ, ਸਜ਼ਾਵਾਂ ਪੂਰੀਆਂ ਹੋ ਗਈਆਂ, ਅਜੇ ਤੱਕ ਛੱਡੇ ਹੀ ਨਹੀਂ ਗਏ। ਰਾਜੀਵ ਗਾਂਧੀ ਦੇ ਕਾਤਲ ਤੇ ਛੱਡਦੇ ਗਏ ਆ, ਲੇਕਿਨ ਇਹਨਾਂ ਪਤਾ ਨਹੀਂ ਕਿੰਨਾ ਕੁ ਗੰਭੀਰ ਦੋਸ਼ ਕੀਤਾ ਵਾ। ਰੁਜ਼ਗਾਰ ਦੀ ਘਾਟ ਪੈਦਾ ਕਰਤੀ ਗਈ। 35 ਲੱਖ ਪੰਜਾਬ ਦਾ ਬੱਚਾ ਜਿਹੜੇ ਬਾਹਰਲੇ ਦੇਸ਼ਾਂ 'ਚ ਜਾ ਕੇ ਕੰਮ ਕਰ ਰਿਹਾ, ਉਹਨੂੰ ਗੁਲਾਮ ਕਹਿ ਲਵੋ, ਉੱਥੇ ਜਾ ਕੇ ਹੋਇਆ। ਉਹ ਆਜ਼ਾਦ ਨਹੀਂ ਹੈਗਾ। ਉਹ ਜਿੱਧਰ ਮਰਜ਼ੀ ਉਹਦੇ ਕੋਲ ਗ੍ਰੀਨ ਕਾਰਡ ਖੋਲਣ, ਜਿੱਧਰ ਮਰਜ਼ੀ ਉਹਦੀ PR ਕੈਂਸਲ ਕਰ ਦੇਣ, ਵਾਪਸ ਆਉਣਾ ਪਊ। ਲਾਅ ਐਂਡ ਆਰਡਰ ਦੀ ਪੋਜੀਸ਼ਨ ਅੱਜ ਵੀ ਉਹੀ ਆ ਜਿਹੜੀ ਅੰਗਰੇਜ਼ਾਂ ਦੇ ਵੇਲੇ ਸਿਸਟਮ ਸੀ। ਉਹਦਾ ਲਹਿਜਾ ਉਹੀ ਆ। ਅਫਸਰ ਸਾਡੇ ਪੰਜਾਬੀ ਬੈਠ ਗਏ ਆ, ਲਹਿਜਾ ਉਹੀ ਆ। ਪੁਲਿਸ ਦੇ ਰਵੱਈਏ 'ਚ ਕੋਈ ਫਰਕ ਨਹੀਂ ਹੈ, ਜੇਲ੍ਹਾਂ ਦੇ ਸਿਸਟਮ 'ਚ ਕੋਈ ਫਰਕ ਨਹੀਂ ਹੈ, ਕਚਹਿਰੀਆਂ ਦੇ ਸਿਸਟਮ 'ਚ ਕੋਈ ਫਰਕ ਨਹੀਂ। ਹੁਣ ਵੀ ਫੈਸਲੇ ਹੁੰਦੇ ਆ, ਇਨਸਾਫ ਨਹੀਂ ਹੁੰਦਾ। ਵਿਦਿਆ ਦੇ ਸਿਲੇਬਸ ਦੇ ਵਿੱਚ ਉਹ ਵਿਸ਼ੇ ਨਹੀਂ ਪੜ੍ਹਾਏ ਜਾ ਰਹੇ ਜਿਹੜੇ ਸਾਡੇ ਦੇਸ਼ ਦੀ ਆਪਣੀ ਆਜ਼ਾਦੀ ਦੇ ਸੰਬੰਧ 'ਚ ਆ, ਜਿਹੜੇ ਸਾਡੇ ਦੇਸ਼ ਦੇ ਸੂਰਬੀਰਾਂ ਦੇ ਸੰਬੰਧ 'ਚ ਆ, ਜਿਹੜੇ ਦੇਸ਼ ਦੇ ਇਤਿਹਾਸ ਦੀ ਅਸਲ ਹਕੀਕਤ ਸਾਹਮਣੇ ਲਿਆਉਂਦੇ ਆ। ਹੈਲਥ ਸਿਸਟਮ 'ਚ ਕੋਈ ਸੁਧਾਰ ਨਹੀਂ ਹੋ ਰਿਹਾ। ਤੁਸੀਂ ਹੈਰਾਨ ਹੋ ਗਏ, ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਰਿਹਾ ਕਈ ਸਾਲ, ਬਾਦਲ ਸਾਹਿਬ ਰਹੇ, ਜਿੱਦਣ ਇਲਾਜ ਕਰਵਾਉਂਦਾ ਜਾਂ ਇੰਗਲੈਂਡ 'ਚੋਂ ਜਾਂ ਅਮਰੀਕਾ 'ਚੋਂ। ਭਗਵੰਤ ਸਿੰਘ ਮਾਨ ਦੇ ਢਿੱਡ 'ਚ ਪੀੜ ਹੋਈ, ਚੱਕ ਕੇ ਦਿੱਲੀ ਹਸਪੀਟਲ ਲੈ ਗਏ। ਪੰਜਾਬ 'ਚ ਹਸਪੀਟਲ ਨਹੀਂ ਲੱਭਿਆ ਢਿੱਡ ਪੀੜ ਵਾਸਤੇ ਵੀ। ਮਤਲਬ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਵਾ ਜਿਨ੍ਹਾਂ ਨੇ ਰਾਜ ਕੀਤਾ, ਵੀ ਸਾਨੂੰ ਆਜ਼ਾਦੀ ਕਿੰਨੀ ਕੁ ਦਿੱਤੀ ਆ, ਵੀ ਨਾ ਜੀਣ ਜੋਗੇ ਆ, ਨਾ ਮਰਨ ਜੋਗੇ ਆ। ਕਈ ਜਾਂਦੇ ਆ ਕੋਠੀ ਪਾਈ ਆ, ਕਾਰ ਰੱਖੀ ਆ, ਲੇਕਿਨ ਸਿਰ ਤੇ ਕਰਜ਼ਾ। ਤੇ ਨਾਲ ਦੀ ਨਾਲ ਇਸ ਸਿਸਟਮ ਨੇ ਸਾਡਾ ਪੰਜਾਬੀ ਸੱਭਿਆਚਾਰ ਜਿਹੜਾ ਸੀ, ਜੋ ਸਾਡਾ ਪਰਿਵਾਰਕ ਪਿਛੋਕੜ ਸੀ, ਜਿਹਦੇ ਸਿਰ ਤੇ ਅਸੀਂ ਜੀਦੇ ਸਾਂ, ਜਿਹਦੇ ਸਿਰ ਤੇ ਸਾਡਾ ਅਖਲਾਕ ਸੀ, ਉਹ ਖਤਮ ਕੀਤਾ। ਇਹ ਆਜ਼ਾਦੀ ਕੋਲ ਸਾਨੂੰ ਆਹ ਕੁਝ ਮਿਲਿਆ। ਹੁਣ ਤੱਕ ਪੈਸੇ ਜ਼ਰੂਰ ਮਿਲੇ, ਪਰ ਨਾਲ ਦੀ ਨਾਲ ਆਹ ਕੁਝ ਵੀ ਸਾਡੇ ਪੱਲੇ ਪਿਆ ਜੀ। ਬਹੁਤ ਧੰਨਵਾਦ ਤੁਹਾਡਾ ਕਾਲੂ ਸਾਹਿਬ ਜੀ। ਬਲਦੇਵ ਜੀ, ਮੈਂ ਤੁਹਾਡੇ ਵੱਲ ਆਵਾਂਗਾ। ਫਿਰ ਉਹੀ ਗੱਲ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਇੱਕ ਸਰਕਾਰਾਂ ਨੂੰ ਤੇ ਅਸੀਂ ਇੱਕ ਲੋਕਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਸਮਝਦੇ। ਅਸੀਂ ਕਲਪਨਾ ਚਾਵਲਾ ਦੀ ਗੱਲ ਕਰਦੇ ਹਾਂ, ਉਹਨੇ ਕਿੱਡੀਆਂ ਬੁਲੰਦੀਆਂ ਉਹਨੇ ਛੂਹੀਆਂ। ਦੂਜੇ ਪਾਸੇ ਦੇਖਦੇ ਹਾਂ ਕਿ ਭਾਰਤੀ ਲੋਕਾਂ ਨੇ ਜਾਂ ਵਿਗਿਆਨੀਆਂ ਨੇ ਜਾਂ ਡਾਕਟਰਾਂ ਨੇ ਉਹਨੇ ਟੀਕੇ ਤਿਆਰ ਕੀਤੇ। ਕਰੋਨਾ ਦੀ ਮਹਾਮਾਰੀ ਨੂੰ ਉਹਨਾਂ ਨੇ ਕੀ ਕਹਿੰਦੇ ਹੁੰਦੇ ਮੋਹਰੇ ਖੜ ਕੇ ਟਾਕਰਾ ਕੀਤਾ ਉਹਨਾਂ ਨੇ। ਔਰ ਦੂਜੇ ਪਾਸੇ ਜਿਹੜੇ ਹੋਰ ਏਸ਼ੀਅਨ ਮੁਲਕ ਹੈਗੇ ਆ ਉਹਨਾਂ ਨੂੰ ਦਵਾਈਆਂ ਉਹਨਾਂ ਨੇ ਸਪਲਾਈ ਕੀਤੀਆਂ। ਪਰ ਬਲਦੇਵ ਜੀ, ਤੁਸੀਂ ਇਹ ਦੱਸੋ ਕਿ ਸਰਕਾਰਾਂ ਦੇ ਬਜਾਏ ਅਸੀਂ ਜਿਹੜੀ ਲੋਕਾਂ ਦੀ ਜਿਹੜੀ ਮਾਨਸਿਕਤਾ ਹੈਗੀ ਆ, ਲੋਕਾਂ ਦੇ ਵਿੱਚ ਜਿਹੜਾ ਵਿਗਿਆਨਿਕ ਸੱਭਿਆਚਾਰ ਆ, ਕਿਉਂ ਨਹੀਂ ਪੈਦਾ ਹੋ ਸਕਿਆ ਕਿ ਲੋਕ ਆਪਣੇ ਤੌਰ ਤੇ ਕੀ ਤਿਆਰ ਕਰ ਸਕੇ ਆ ਕਿ ਤਾਂ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਭਾਰਤ ਦੇ ਲੋਕ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦਿਵਾਇਆ ਜਾਵੇ। ਜਿੰਨੀ ਕਿ ਅਸੀਂ ਦੇਖਦੇ ਆ ਕਿ ਪੱਛਮੀ ਮੁਲਕਾਂ ਦੀ ਜਿਹੜੀ ਸੁਸਾਇਟੀ ਹੈਗੀ ਆ ਜਾਂ ਇਹਨਾਂ ਦਾ ਸਮਾਜ ਹੈਗਾ ਉਹ ਇੰਨਾ ਜਾਗਰੂਕ ਹੈਗਾ ਆ। ਇਹ ਕਿਹੜੀ ਘਾਟ ਹੈਗੀ ਆ? ਇਹ ਕਿੱਦਾਂ ਤੁਹਾਡੇ ਖਿਆਲ 'ਚ ਪੂਰੀ ਕੀਤੀ ਜਾ ਸਕਦੀ ਆ ਬਲਦੇਵ ਜੀ? ਉਹੀ ਜਿਹੜੀ ਭਾਰਤ ਦੇ ਵਿੱਚ ਜਾਂ ਉੱਥੋਂ ਦੇ ਲੋਕ ਜਿਹੜੇ ਆ, ਆਪਾਂ ਬਾਹਰ ਰਹਿੰਦੇ ਵੀ ਉਹ ਉਸ ਹੀ ਚੱਕਰ ਦੇ ਵਿੱਚ ਫਸ ਜਾਂਦੇ ਆ ਕਿ ਸਾਨੂੰ ਬਾਹਰਲੇ ਮੁਲਕਾਂ ਦੇ ਮੁਕਾਬਲੇ ਅਸੀਂ ਆਪਣੇ ਦੇਸ਼ ਦੀ ਆਪਣੀ ਤਾਰੀਫ ਕਰਨ ਦੇ ਬਹੁਤ ਸ਼ੌਕੀਨ ਹੈਗੇ ਆ। ਪੱਟੀ ਸਾਹਿਬ ਨੇ ਉਹ ਅਗਨੀ ਮਿਸਾਈਲ ਦਾ ਕਹਿਤਾ ਹੈਗਾ, ਉਹ ਸਪੇਸ ਪ੍ਰੋਗਰਾਮ ਦਾ ਗਿਣ ਦਿੱਤਾ ਹੈਗਾ ਜੀ। ਇਹ ਸਭ ਕੁਝ ਭਾਰਤ ਦੇ ਵਿੱਚ ਹੀ ਹੋਇਆ। ਭਾਰਤ ਜਿਹੜਾ ਆ ਉਹ ਚੰਦ ਤਾਈਂ ਵੀ ਪਹੁੰਚੇ ਆ ਤੇ ਉਹਨਾਂ ਦਾ ਜਿਹੜਾ ਰਾਕਟ ਹੈਗਾ, ਉਹਨਾਂ ਦੀ ਸੈਟੇਲਾਈਟ ਜਿਹੜੀ ਆ ਉਹ ਮਾਰਸ ਤੱਕ ਵੀ ਪਹੁੰਚ ਗਈ ਹੈਗੀ ਆ। ਔਰ ਉਸ ਹੀ ਭਾਰਤ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਸੈਟੇਲਾਈਟ ਜਿਹੜੀਆਂ
ਧਰਤੀ ਦੇ ਆਲੇ ਦੁਆਲੇ ਘੁੰਮ ਰਹੀਆਂ ਹੈਗੀਆਂ, ਉਹ ਵੀ ਉਹਨਾਂ ਦੀ ਉਪਲਬਧੀ ਹੈਗੀ ਆ। ਲੇਕਿਨ ਹਕੀਕਤ ਇਹ ਆ ਕਿ ਬਈ ਸਾਨੂੰ ਬਜਾਏ ਇਹਦੇ ਕਿ ਐਵੇਂ ਆਪਣੀਆਂ ਸਿਫਤਾਂ ਕਰੀ ਜਾਣੀਆਂ, ਇਹ ਦੇਖਣਾ ਪਊਗਾ ਕਿ ਕੀ ਇਹ ਜਿਹੜੀ ਨਵੀਂ ਟੈਕਨੋਲੋਜੀ ਜਿਹਨੂੰ ਅਸੀਂ ਬਾਰ-ਬਾਰ ਆਪਣੀ ਤਾਰੀਫ ਕਰਦੇ ਹਾਂ, ਕਿ ਕੀ ਇਹ ਭਾਰਤ ਦੀ ਆਪਣੀ ਉਪਜ ਆ, ਕੀ ਇਹ ਭਾਰਤ ਦਾ ਜਿਹੜਾ ਬਾਹਰੋਂ ਇੰਪੋਜ਼ ਕੀਤਾ ਐਜੂਕੇਸ਼ਨ ਸਿਸਟਮ ਆ ਉਹਦੀ ਦੇਣ ਆ ਕਿ ਹੋਰ ਕਿਤਿਓਂ ਆਈ ਹੈਗੀ ਆ। ਇਹ ਸਾਨੂੰ ਪਛਾਣਨਾ ਪਏਗਾ, ਇਹ ਸਾਨੂੰ ਮੰਨਣਾ ਪਏਗਾ ਕਿ ਇਹ ਜਿਹੜੀ ਤਰੱਕੀ ਹੈਗੀ ਆ, ਉੱਥੇ ਕਾਰਾਂ ਵੀ ਬਣਦੀਆਂ, ਟਰੈਕਟਰ ਵੀ ਬਣਦੇ ਹੈਗੇ, ਸਭ ਕੁਝ ਬਣਦਾ ਹੈਗਾ। ਕੀ ਉਹ ਉਪਜ ਜਿਹੜੀ ਆ ਉਹ ਭਾਰਤ ਦੇ ਲੋਕਾਂ ਦੀ ਆ? ਬਿਲਕੁਲ ਨਹੀਂ ਹੈਗੀ। ਉਹ ਬਾਹਰੋਂ ਫੈਕਟਰੀਆਂ ਲਿਆ ਕੇ ਬਾਹਰਲੀਆਂ ਕੰਪਨੀਆਂ ਦੇ ਨਾਲ ਰਲ ਮਿਲ ਕੇ ਉੱਥੇ ਫੈਕਟਰੀ ਲਾ ਲੈਣੀ, ਜਿਸ ਤਰ੍ਹਾਂ ਕਿ ਚੇਨਈ ਦੇ ਵਿੱਚ ਕਾਰਾਂ ਦੀਆਂ ਫੈਕਟਰੀਆਂ ਲੱਗੀਆਂ। ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਭਾਰਤ ਦੀ ਤਰੱਕੀ ਦੇ ਕਾਰਨ ਉਹ ਫੈਕਟਰੀਆਂ ਲੱਗੀਆਂ। ਸਾਡੇ ਕੋਲ ਸਮਾਂ ਥੋੜਾ, ਸਾਨੂੰ ਸਮਾਂ ਸਾਡੇ ਥੋੜਾ, ਮੈਂ ਮਾਫ ਕਰਨਾ ਕਿ ਸਮਾਂ ਸਾਡੇ ਬਿਲਕੁਲ ਕੋਲ ਨਹੀਂ। ਥੋੜਾ ਜਿਹੜਾ ਚੰਦਰਪਾਲ ਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਨਾ, ਮੈਂ ਉਹਦੇ ਬਾਅਦ ਆ ਰਿਹਾ ਹੈਗਾ, ਉਹਦੇ ਤੇ ਹੀ ਆਉਣਾ, ਉਹਦਾ ਜਵਾਬ ਮੈਂ ਦੇ ਰਿਹਾ। ਤੁਸੀਂ ਭੂਮਿਕਾ ਲੰਬੀ ਕਰਤੀ ਹੈ, ਥੋੜੀ ਛੋਟੀ ਕਰੋ ਭੂਮਿਕਾ। ਨਹੀਂ ਉਹ ਲੰਬੀ ਨਹੀਂ ਕੀਤੀ ਹੈ। ਕਿ ਤੁਹਾਡੇ ਸਵਾਲ ਦਾ ਜਵਾਬ ਹੀ ਆ ਕਿ ਬਈ ਇਹ ਜਿਹੜਾ ਆਪਣੇ ਆਪ ਦੀਆਂ ਸਿਫਤਾਂ ਕਰਨ ਦੀ ਭਾਰਤੀਆਂ ਨੂੰ ਆਦਤ ਹੈਗੀ ਆ, ਉਹਦੇ ਚੋਂ ਬਾਹਰ ਨਿਕਲ ਕੇ ਦੇਖਣਾ ਪਊਗਾ ਕਿ ਇਹ ਜਿਹੜੀ ਤਰੱਕੀ ਆ ਉਹ ਸਾਡੇ ਆਪਣੇ ਕਾਰਨ ਹੋਈ। ਤੁਸੀਂ ਕਿਹਾ ਕਿ ਬਈ ਉੱਥੇ ਵਿਗਿਆਨਕ ਸੱਭਿਆਚਾਰ ਕਿਉਂ ਨਹੀਂ? ਉਹ ਤਾਂ ਬਿਲਕੁਲ ਹੀ ਹੈ ਨਹੀਂਗਾ। ਵਿਗਿਆਨਕ ਸੱਭਿਆਚਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਕਰਦਾ, ਜਿੱਥੇ ਉਹ ਸੱਭਿਆਚਾਰ ਹੈ ਨਹੀਂ, ਉਹ ਚੀਜ਼ਾਂ ਪੈਦਾ ਨਹੀਂ ਹੋ ਸਕਦੀਆਂ ਕਦੇ ਵੀ। ਉਹਨਾਂ ਦੀ ਸਿਰਫ ਤੇ ਸਿਰਫ ਨਕਲ ਕੀਤੀ ਗਈ ਹੈਗੀ ਆ ਜੀ। ਓਕੇ, ਮੈਂ ਤੁਹਾਡਾ ਪੁਆਇੰਟ ਤੁਹਾਡਾ ਨੋਟ ਕਰ ਲਿਆ। ਮੈਂ ਥੋੜਾ ਜਿਹਾ ਤੁਹਾਡੀ ਗੱਲ 'ਚ ਐਡ ਕਰ ਦੇਵਾਂ, ਜੇ ਤੁਸੀਂ ਜਿਹੜੀ ਗੱਲ ਰਹਿ ਗਈ ਆ ਕਿ ਜਿਹੜਾ ਸਾਡੇ ਕੋਲ ਹੀਨ ਭਾਵਨਾ, ਜਿਹੜਾ ਸਾਡੇ ਕੋਲ ਸੰਕਲਪ ਹੈਗਾ ਕਿ ਅਸੀਂ ਆਪਣੀ ਜਿਹੜੀ ਮਾਤ ਭਾਸ਼ਾ ਨੂੰ ਕੋਈ ਤਰੱਕੀ ਨਹੀਂ ਦਿੱਤੀ। ਮੈਂ ਥੋੜਾ ਕਾਲੂ ਜੀ ਵੱਲ ਆਵਾਂਗਾ। ਇਹਨਾਂ ਨੇ ਬੰਗਲਾਦੇਸ਼ ਦੀ ਗੱਲ ਕੀਤੀ ਆ, ਜੇ ਸਿੱਖ ਨਾ ਹੁੰਦੇ ਤਾਂ ਬੰਗਲਾਦੇਸ਼ ਨਾ ਬਣਦਾ। ਪਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਜਿਹੜੀ 48 ਤੋਂ ਸ਼ੁਰੂ ਹੋਈ ਸੀ ਮੂਵਮੈਂਟ ਉਹਨਾਂ ਦੀ ਭਾਸ਼ਾ ਦੀ, 52 ਦੇ ਵਿੱਚ ਜਿਹੜਾ ਕਿ ਉਹਨਾਂ ਦਾ ਉਹ ਨਹੀਂ 3 ਸ਼ਹੀਦ ਹੋਏ ਆਪਣੀ ਭਾਸ਼ਾ ਨੂੰ ਬਚਾਉਣ ਵਾਸਤੇ। ਜਿਹਦੀ ਭਾਸ਼ਾ ਦੇ ਉੱਤੇ ਬੰਗਲਾਦੇਸ਼ ਬਣਿਆ, ਉਹਨੇ ਸਾਰਾ ਕੁਝ ਆਪਣੀ ਭਾਸ਼ਾ 'ਚ ਕੀਤਾ ਹੋਵੇਗਾ। ਚੀਨ ਆਪਣੀ ਭਾਸ਼ਾ 'ਚ ਕਰ ਰਿਹਾ, ਫਰਾਂਸ ਆਪਣੀ ਭਾਸ਼ਾ 'ਚ ਕਰ ਰਿਹਾ। ਪੰਜਾਬ ਦੇ ਲੋਕ ਨੇ ਜਾਂ ਉੱਥੇ ਨਾ ਹਿੰਦੀ ਵਿੱਚ ਕੋਈ ਤੁਹਾਨੂੰ ਵਿਗਿਆਨਕ ਸੱਭਿਆਚਾਰ ਮਿਲੇਗਾ, ਨਾ ਤੁਹਾਨੂੰ ਪੰਜਾਬੀ ਵਿੱਚ ਮਿਲੇਗਾ। ਪਰ ਪੰਜਾਬੀਆਂ ਦੀ ਜਿਹੜੀ ਹੀਨ ਭਾਵਨਾ, ਥੋੜੀ ਜਿਹੀ ਇਹਦੇ ਬਾਰੇ ਵੀ ਗੱਲ ਕਰਾਂ ਕਿ 75 ਸਾਲਾਂ ਦੇ ਵਿੱਚ ਕਾਲੋ ਸਾਹਿਬ ਜੀ, ਪੰਜਾਬੀਆਂ ਨੇ ਆਪਣੀ ਜਿਹੜੀ ਸ਼ਾਨ ਸ਼ੌਕਤ ਆ, ਪੰਜਾਬੀ ਨੂੰ ਕਿਉਂ ਉਹਨਾਂ ਨੇ ਉਹਨੂੰ ਤਲਾਂਜਲੀ ਦੇ ਦਿੱਤੀ ਹੈਗੀ ਆ। ਇਸ ਵੇਲੇ ਤੁਸੀਂ ਇਹਦੇ ਸੰਦਰਭ 'ਚ ਕੀ ਕਹਿਣਾ ਚਾਹੁੰਦੇ ਆ? ਫਿਰ ਪੱਟੀ ਸਾਹਿਬ ਤੋਂ ਇਹਦੇ ਬਾਰੇ ਅਸੀਂ ਵਿਚਾਰ ਲਵਾਂਗੇ। ਕਾਲੋ ਸਾਹਿਬ। ਮਾਨ ਸਾਹਿਬ, ਮੈਂ ਕੰਦੋਲਾ ਸਾਹਿਬ ਦੀ ਗੱਲ ਤੇ ਤੁਹਾਡੀ ਗੱਲ ਦਾ ਇੱਕ ਸਾਂਝਾ ਜਵਾਬ ਦੇਣਾ ਚਾਹੁੰਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਆ, ਇੱਕ ਆਧੁਨਿਕ ਬਾਣੀ ਆ ਤੇ ਸਾਇੰਸ ਦੇ ਆਧਾਰਿਤ ਬਾਣੀ ਆ। ਇਹਦੇ ਤੋਂ ਸਿੱਧਾ ਲੈ ਕੇ ਵਿਗਿਆਨਕ ਸੋਚ ਪੈਦਾ ਹੋਣੀ ਸੀ, ਅੰਧ ਵਿਸ਼ਵਾਸਾਂ ਚੋਂ ਬਾਹਰ ਨਿਕਲਣਾ ਸੀ। ਲੇਕਿਨ ਜਿਹੜਾ ਬਾਬਾ ਕਲਚਰ ਹੈ ਹਿੰਦੁਸਤਾਨ ਦੇ ਵਿੱਚ, ਚਾਹੇ ਉਹ ਕਿਸੇ ਕੌਮ ਦਾ ਹੋਵੇ, ਚਾਹੇ ਉਹ ਮੁਸਲਮਾਨਾਂ ਦਾ ਤਾਂਤਰਿਕ ਹੋਵੇ, ਚਾਹੇ ਸਾਡਾ ਕੋਈ ਗ੍ਰੰਥੀ ਹੋਵੇ, ਚਾਹੇ ਹਿੰਦੂਆਂ ਦਾ ਕੋਈ ਪੰਡਿਤ ਹੋਵੇ, ਉਹਨਾਂ ਨੇ ਸਾਨੂੰ ਵਿਗਿਆਨਕ ਸੋਚ ਵੱਲ ਜਾਣ ਹੀ ਨਹੀਂ ਦਿੱਤਾ। ਕਿਉਂਕਿ ਇਹ ਗ੍ਰੰਥ ਪੜ੍ਹਨਾ ਜ਼ਰੂਰੀ ਨਹੀਂ, ਤੁਸੀਂ ਆਪਣੇ ਪਾਸੇ ਉਲਝੇ ਰਹੋ। ਜੇ ਹੋ ਜਾਂਦਾ ਜਾਂ ਜਿੰਨਾ ਕੁ ਅਸਰ ਹੋਇਆ ਅੱਜ, ਉਹਦਾ ਹੀ ਅਸਰ ਆ। ਫਿਰ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਲੜਕੀਆਂ ਦੀ ਆਜ਼ਾਦੀ, ਲੜਕੀਆਂ ਦਾ ਦਮਖਮ ਲੋਕਾਂ ਨੇ ਵੇਖਿਆ। ਉਹੀ ਲੜਕੀਆਂ ਜਿਹੜੀਆਂ ਕਦੀ ਘੁੰਡ 'ਚ ਰਹਿੰਦੀਆਂ ਸੀ। ਇਹਦੇ ਨਾਲ ਜਿਹੜਾ ਵਿਗਿਆਨਕ ਸੱਭਿਆਚਾਰ ਸੀਗਾ, ਉਹਨੂੰ ਪ੍ਰਫੁੱਲਤ ਕਰਨ ਵੱਲ ਯਤਨ ਜ਼ਰੂਰ ਹੋਏ, ਲੇਕਿਨ ਉਸ ਮਾਪਦੰਡ ਤੱਕ ਨਹੀਂ ਹੋਏ ਜਿੱਥੋਂ ਤੱਕ ਹੋਣੇ ਚਾਹੀਦੇ ਸੀ। ਜਿਹੜੀ ਗੱਲ ਆਪ ਜੀ ਨੇ ਕਹੀ ਹੈ ਕਿ ਅਸੀਂ ਇਹਨੂੰ ਅਪਣਾ ਕਿਉਂ ਨਹੀਂ ਸਕੇ, ਇਹਦਾ ਫਾਇਦਾ ਕਿਉਂ ਨਹੀਂ ਲੈ ਸਕੇ, ਇਹ ਸਾਰਾ ਸਰਕਾਰਾਂ ਤੇ ਨਿਰਭਰ ਸੀ। ਸਰਕਾਰਾਂ ਨੇ ਸੇਧ ਦੇਣੀ ਸੀ, ਸਰਕਾਰਾਂ ਨੇ ਮਾਹੌਲ ਦੇਣਾ ਸੀ, ਉਹ ਦੇ ਨਹੀਂ ਸਕੇ। ਵਿਖਾਵੇ ਮਾਤਰ ਇੱਧਰ ਉੱਧਰ ਕੰਮ ਕਰਦੇ ਰਹੇ ਆ। ਜੇ ਆਪਣੀ ਭਾਸ਼ਾ ਨੂੰ ਅਸੀਂ ਬਚਾ ਲਈਏ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਾਂਗੇ ਤਾਂ ਜੇ ਭਾਸ਼ਾ ਬਚੀ ਰਹੀ। ਭਾਸ਼ਾ ਤੇ ਹਮਲਾ ਹੀ ਤਾਂ ਹੋ ਰਿਹਾ ਵੀ ਇਹਨਾਂ ਨੂੰ ਅਸੀਂ ਇਹਨੂੰ ਤੋੜੀਏ, ਕਿਉਂਕਿ ਇਹ ਗ੍ਰੰਥ ਕਿਰਦਾਰ ਪੈਦਾ ਕਰਦਾ ਵਾ, ਕਰੈਕਟਰ ਪੈਦਾ ਕਰਦਾ ਵਾ, ਕਰੈਕਟਰ ਵਾਲੇ ਲੋਕ ਪੈਦਾ ਕਰਦਾ। ਤੇ ਜਦੋਂ ਕਰੈਕਟਰ ਵਾਲੇ ਲੋਕ ਪੈਦਾ ਹੁੰਦੇ ਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਗੱਲ ਲੋਕਾਂ ਨੂੰ ਯਾਦ ਆਏਗੀ। ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਲੋਕਾਂ ਨੂੰ ਗੱਲ ਯਾਦ ਆਏਗੀ
ਫਿਰ ਮਿਸਲਾਂ ਦੇ ਰਾਜ ਦੀ ਗੱਲ ਲੋਕਾਂ ਨੂੰ ਯਾਦ ਆਏਗੀ, ਦਿੱਲੀ ਦੇ ਤਿਰੰਗੇ ਝਲਾਉਣ ਦੀ ਗੱਲ ਯਾਦ ਆਏਗੀ, ਲਾਲ ਕਿਲ੍ਹਿਆਂ ਦੇ ਕਬਜ਼ੇ ਦੀ ਗੱਲ ਯਾਦ ਆਏਗੀ ਵੀ ਇੱਥੇ ਉਹ ਵੀ ਲੋਕ ਨੇ ਜਿਹੜੇ ਰਾਜ ਕਰਦੇ ਆ ਤੇ ਕਿਸੇ ਨੂੰ ਦੁੱਖ ਨਹੀਂ ਦਿੰਦੇ, ਕਿਸੇ ਨੂੰ ਅਤਿਆਚਾਰ ਨਹੀਂ ਕਰਦੇ, ਕਿਸੇ ਤੇ ਮਾੜਾ ਗੱਲ ਥੋਪਦੇ ਨਹੀਂ, ਕਿਸੇ ਦੇ ਜਜੀਏ ਨਹੀਂ ਲਾਉਂਦੇ। ਤੇ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਵੀ ਜਿਨ੍ਹਾਂ ਲੋਕਾਂ ਨੇ ਹਜ਼ਾਰਾਂ ਸਾਲ ਗੁਲਾਮੀ ਝੱਲੀ ਆ ਉਹ ਇਸ ਮਾਨਸਿਕਤਾ ਨੂੰ ਬਰਦਾਸ਼ਤ ਨਹੀਂ ਕਰ ਰਹੇ ਕਿ ਕੋਈ ਆਜ਼ਾਦ ਮਾਨਸਿਕਤਾ ਆ ਜਾਵੇ। ਇਹ ਸਾਰਾ ਉਸ ਗੱਲ ਦਾ ਨਤੀਜਾ ਹੈ ਕਿ ਅੰਗਰੇਜ਼ੀ ਸਕੂਲਾਂ ਨੇ ਆ ਕੇ ਇੱਥੇ ਪ੍ਰਸਾਰ ਕੀਤਾ, ਉਹਦੇ ਵਿੱਚ ਹਿੰਦੀ ਤੇ ਅੰਗਰੇਜ਼ੀ ਨੂੰ ਪਹਿਲ ਦਿੱਤੀ, ਸਾਡੀ ਭਾਸ਼ਾ ਨੂੰ ਸਿਖਾਇਆ ਗਿਆ ਵੀ ਇਹ ਨਖਿੱਧ ਭਾਸ਼ਾ ਵਾ, ਬੱਚਿਆਂ ਤੇ ਅਸਰ ਹੋਇਆ। ਸਾਡੀਆਂ ਮਾਤਾਵਾਂ ਨੇ ਆਪਣਾ ਰੋਲ ਸਹੀ ਨਹੀਂ ਪੇਸ਼ ਕੀਤਾ, ਮਾਤਾਵਾਂ ਨੇ ਬੱਚਿਆਂ ਨੇ ਹਿੰਦੀ 'ਚ ਗੱਲ ਕੀਤੀ, ਅੰਗਰੇਜ਼ੀ 'ਚ ਕੀਤੀ, ਕਿਹਾ ਤੂੰ ਵਾਲਾਂ 'ਚੋਂ ਕੀ ਕੱਢਣਾ, ਇਹਨੂੰ ਕੀ ਲੱਗਣਾ। ਅਲਟੀਮੇਟਲੀ ਪੰਜਾਬੀ ਤੇ ਸਿੱਖੀ ਨੂੰ ਤੋੜਿਆ ਤੇ ਅੱਜ ਸਾਡੀ ਸਥਿਤੀ ਇਹ ਆ ਵੀ ਬਾਕੀ ਭਾਸ਼ਾਵਾਂ ਵਾਲੇ ਆਪਣੇ ਤੇ ਮਾਣ ਕਰਦੇ ਆ ਤੇ ਅਸੀਂ ਪੰਜਾਬੀ ਬੋਲਣ ਲੱਗਿਆ ਸਮਝਦੇ ਆ ਵੀ ਅਸੀਂ ਸ਼ਾਇਦ ਅਜਾਡ ਆ, ਅੰਗਰੇਜ਼ੀ ਬੋਲਾਂਗੇ ਤੇ ਸ਼ਾਇਦ ਅਸੀਂ ਜ਼ਿਆਦਾ ਇੰਟੈਲੀਜੈਂਟ ਹੋ ਜਾਵਾਂਗੇ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਪੱਟੀ ਸਾਹਿਬ ਜੀ ਤੁਹਾਡੇ ਵੱਲ ਆਵਾਂਗਾ। ਕਾਲੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ ਆ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਗੱਲ ਕੀਤੀ ਆ ਕਿ ਵੈਦਾ ਵੈਦ ਸਵੈਤੂ ਪਹਿਲਾ ਰੋਗ ਪਛਾਣ, ਤੇ ਦੂਜਾ ਗੁਰਬਾਣੀ ਵਿੱਚ ਇਹ ਵੀ ਆਇਆ ਹੈ ਕਿ ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ। ਉਹ ਕਿਹੜੀ ਵਜ੍ਹਾ ਸੀ ਕਿ ਪੰਜਾਬੀਆਂ ਦਾ ਜਿਹੜਾ ਰੋਗ ਆ ਜਾਂ ਮਾਨਸਿਕ ਰੋਗ ਆ ਉਹ ਨਹੀਂ ਸਮਝ ਆਇਆ। ਤੇ ਦੂਜੇ ਪਾਸੇ ਅਸੀਂ ਹਰ ਵਾਰ ਸਰਕਾਰਾਂ ਨੂੰ ਦੋਸ਼ ਕਿਉਂ ਦੇ ਰਹੇ ਆ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦੇਵਾਂਗਾ ਇਹਨਾਂ ਮੁਲਕਾਂ ਦੀ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਇੱਥੇ ਬਰਤਾਨਵੀ ਘਰਾਂ ਦੇ ਵਿੱਚ ਉਹਨੇ ਆਪਣੇ ਪਾਲਤੂ ਜਾਨਵਰ ਰੱਖੇ ਨੇ, ਕੁੱਤੇ ਰੱਖੇ ਨੇ, ਬਿੱਲੀਆਂ ਰੱਖੇ ਨੇ। ਕੁੱਤਿਆਂ ਨੂੰ ਜਦੋਂ ਲੈ ਕੇ ਜਾਂਦੇ ਨੇ, ਸੈਰ ਕਰਾਉਂਦੇ ਨੇ, ਉਹਨਾਂ ਦਾ ਗੰਦ ਆਪ ਚੁੱਕ ਕੇ ਆਪ ਉਹ ਟੋਕਰੀ 'ਚ ਜਿਹੜੀ ਕੂੜੇ ਵਾਲੀ ਵਿੱਚ ਪਾਉਂਦੇ ਨੇ। ਕਿੰਨੇ ਕੁ ਪੰਜਾਬੀ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਪਤਾ ਕਿ ਅਸੀਂ ਆਪਣੇ ਸਮਾਜ ਦੀ ਵੀ ਕੋਈ ਸੇਵਾ ਕਰਨਾ ਸਾਡਾ ਫਰਜ਼ ਬਣਦਾ ਹੈ। ਤੇ ਪੱਟੀ ਸਾਹਿਬ ਤੁਹਾਡੇ ਕੋਲ ਹੁਣ 2 ਮਿੰਟ ਬਾਕੀ ਨੇ ਕਿ ਤੁਸੀਂ ਆਪਣੇ ਜਿਹੜੇ ਵਿਚਾਰ ਹੈਗੇ ਆ ਗੁਰਬਾਣੀ ਦੇ ਸੰਬੰਧ ਵਿੱਚ ਜਾਂ ਵਿਗਿਆਨਿਕ ਸੱਭਿਆਚਾਰ ਦੇ ਸੰਬੰਧ ਵਿੱਚ ਜਾਂ ਆਪਣੇ ਲੋਕਾਂ ਦਾ, ਪੰਜਾਬੀਆਂ ਦਾ ਪੰਜਾਬੀ ਭਾਸ਼ਾ ਤੋਂ ਦੂਰ ਹੋਣ ਦੇ ਕੀ ਕਾਰਨ ਹੈਗੇ ਆ ਕਿ ਅੱਜ ਅਸੀਂ ਸਾਰੇ ਜਿੰਨੇ ਵੀ ਬੋਰਡ ਦੇਖਦੇ ਹਾਂ, ਜਿੰਨੇ ਇਸ਼ਤਿਹਾਰ ਦੇਖਦੇ ਆ ਅਖਬਾਰਾਂ ਦੇ ਵਿੱਚ ਜਾਂ ਅਖਬਾਰਾਂ ਦੇ ਜਿਹੜੇ ਸੁਰਖੀਆਂ ਨੇ ਉਹਨਾਂ ਦੇ ਵਿੱਚ ਇਹੋ ਜਿਹੀ ਪੰਜਾਬੀ ਲਿਖੀ ਹੁੰਦੀ ਆ ਜਿਹੜੀ ਕਿ ਆਮ ਸਧਾਰਨ ਪੰਜਾਬੀ ਨੂੰ ਸਮਝ ਨਹੀਂ ਲੱਗਦੀ ਹੈਗੀ। ਕਹਾਣੀ ਕੀ ਆ, ਮਾਮਲਾ ਕੀ ਆ, ਅਸਲੀ ਸਮੱਸਿਆ ਕਿੱਥੇ ਆ ਪੱਟੀ ਸਾਹਿਬ ਜੀ? ਜੀ ਜੀ ਅੱਜ ਸਾਡੀਆਂ ਅਦਾਲਤਾਂ ਨੇ ਬਕਾਇਦਾ ਤੌਰ ਤੇ ਹਾਈ ਕੋਰਟ ਨੇ ਕਹਿਤਾ ਕਿ ਲੋਅਰ ਕੋਰਟਾਂ ਦੇ ਜਿਹੜੇ ਫੈਸਲੇ ਹੁੰਦੇ ਉਹ ਬਕਾਇਦਾ ਤੌਰ ਤੇ ਅੰਗਰੇਜ਼ੀ ਦੇ ਵਿੱਚ ਉਹਦੀ ਕਾਪੀ ਇੱਕ ਪੰਜਾਬੀ 'ਚ ਤਿਆਰ ਕੀਤੀ ਜਾਵੇ। ਜੀ ਜੀ ਇਹ ਸਾਡੀ ਪ੍ਰਾਪਤੀ ਨਹੀਂ ਦੂਰ ਕੀ, ਅਸੀਂ ਇਹਦੀ ਮੰਗ ਕੀਤੀ, ਮੋਰਚੇ ਲੱਗੇ, ਪੰਜਾਬੀ ਨੂੰ ਪਿਆਰ ਕਰਨ ਲਾਏ ਤੇ ਉਹ ਇਹ ਗੱਲ ਮੰਗ ਮੰਨੀ ਗਈ। ਦੂਸਰੀ ਚੀਜ਼ ਇੱਕ ਸਾਡੀ ਮਜਬੂਰੀ ਬਣ ਚੁੱਕੀ ਹੈ ਅੰਗਰੇਜ਼ੀ ਪੜ੍ਹਨ ਦੀ, ਇੰਟਰਨੈਸ਼ਨਲ ਲੈਂਗੁਏਜ। ਕਿਉਂਕਿ ਅੱਜ ਅਸੀਂ ਜਦੋਂ ਵਿਦੇਸ਼ ਜਾਂਦੇ ਸਾਡੇ ਬੱਚੇ ਉੱਥੇ ਇੰਗਲਿਸ਼ ਬਹੁਤ ਜ਼ਰੂਰੀ ਹੈਗੀ ਆ। ਆਈਲੈਟਸ ਕਦੇ ਵੀ ਕਰਦੇ ਅਸੀਂ, ਇਹ ਨਹੀਂ ਗੱਲ। ਪੰਜਾਬੀ ਦਾ ਅੱਜ ਵੀ ਸਥਾਨ ਜਿਹੜਾ ਵਾ ਨਾ, ਭਾਵੇਂ ਉਹ ਸ਼ਾਹਮੁਖੀ 'ਚ ਹੋਵੇ ਤੇ ਭਾਵੇਂ ਉਹ ਗੁਰਮੁਖੀ 'ਚ ਹੋਵੇ, ਅੱਜ ਵੀ ਦੁਨੀਆ ਭਰ ਦੇ ਵਿੱਚ 5ਵਾਂ ਸਥਾਨ ਹੈ ਪੰਜਾਬੀ ਦਾ। ਇੰਨੇ ਲੋਕ ਪੰਜਾਬੀ ਬੋਲਦੇ ਤੇ ਉਹਨੂੰ ਪਸੰਦ ਕਰਦੇ ਨੇ। 43 ਭਾਸ਼ਾ ਨੇ ਟੋਟਲ ਜਿਹੜੀਆਂ ਇਸ ਵੇਲੇ ਬੋਲੀਆਂ ਜਾਂਦੀਆਂ ਦੁਨੀਆ ਦੇ ਵਿੱਚ। ਜੀ ਜੀ ਸਿਰਫ ਇਹ ਆ ਵੀ ਸਾਡੀ ਮਾਨਸਿਕਤਾ ਤੇ ਅਸਰ ਹੈ ਵੀ ਸਾਡਾ ਬੱਚਾ ਜੇ ਅੰਗਰੇਜ਼ੀ ਬੋਲਦਾ ਉਹ ਤੇ ਉਹੀ ਇੰਟੈਲੀਜੈਂਟ ਹੋਣਾ, ਜੇ ਪੰਜਾਬੀ ਬੋਲਦਾ ਉਹ ਇੰਟੈਲੀਜੈਂਟ ਨਹੀਂ। ਇਹ ਗੱਲ ਉਲਟ ਆ। ਜਿਹੜੀ ਗੱਲ ਕਾਲੂ ਸਾਹਿਬ ਨੇ ਕੀਤੀ ਬਿਲਕੁਲ ਸਹੀ ਕੀਤੀ ਹੈ। ਸਾਡੀਆਂ ਮਾਵਾਂ ਨੇ ਸਹੀ ਰੋਲ ਨਿਭਾਇਆ। ਇਜ਼ਰਾਈਲ ਵਾਲੇ ਕਿਉਂ ਕਾਮਯਾਬ ਹੋ ਗਏ? ਉਹਨਾਂ ਦੀ ਮਾਵਾਂ ਨੇ ਸਹੀ ਰੋਲ ਨਿਭਾਇਆ ਸੀ। ਉਹ ਕਹਾਣੀ ਆਪਾਂ ਫਿਰ ਕਿਤੇ ਛੇੜਾਂਗੇ ਵੀ ਉਹਨਾਂ ਨੇ ਆਜ਼ਾਦੀ ਕਿਉਂ ਪ੍ਰਾਪਤ ਕੀਤੀ ਸੀ। ਇਸ ਕਰਕੇ ਮੈਂ ਚਾਹੁੰਦਾ ਵਾਂ ਛੋਟੀ ਜਿਹੀ ਗੱਲ 'ਚ ਨਿਬੇੜ ਦਿੰਦਾ ਵਾਂ। ਇੱਕ ਭਜਨ ਸਿੰਘ ਕ੍ਰਿਕਟਰ ਤੁਸੀਂ ਵੇਖਿਆ ਹੋਣਾ, ਜਿਹੜਾ ਅੱਜ ਰਾਜ ਸਭਾ ਮੈਂਬਰ ਆ। ਇਹਨੇ ਇੱਕ ਠੇਕੇ ਤੇ ਫੋਟੋ ਲਵਾਈ ਵਾਲ ਖਿਲਾਰ ਕੇ ਤੇ ਉਹਨੂੰ ਉਹਦੇ ਉੱਤੇ ਕਮੈਂਟ ਕੀਤਾ ਸੀ ਉਦੋਂ ਤਤਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਤੈਨੂੰ ਪਤਾ ਨਹੀਂ ਸਾਡੀ ਮਰਿਆਦਾ ਕੀ ਹੈ। ਉਹਨੇ ਕਿਹਾ ਸੀ ਮੱਕੜ ਮੈਨੂੰ ਮਰਿਆਦਾ ਕਿੱਦਣ ਸਿਖਾਉਣਾ ਆ। ਮੇਰਾ ਕਹਿਣ ਤੋਂ ਬਾਅਦ ਸਾਡੇ ਨਾਲ, ਸਾਡੀਆਂ ਮਾਵਾਂ ਦੇ ਨਾਲ ਸਾਡੇ ਧਾਰਮਿਕ ਆਗੂਆਂ ਦਾ, ਲੀਡਰਾਂ ਨੂੰ ਵੀ ਬੜਾ ਵੱਡਾ ਕਸੂਰ ਹੈ। ਪੈਸੇ ਲਾਉਣ ਦੀ ਖੇਚਲ ਨਹੀਂ ਕੀਤੀ ਅਸੀਂ। ਇਸ ਕਰਕੇ ਸਾਨੂੰ ਥੋੜੀ ਜਿਹੀ ਦਿੱਕਤ ਜ਼ਰੂਰ ਆ ਰਹੀ ਆ, ਲੇਕਿਨ ਨਹੀਂ, ਆਉਣ ਵਾਲੇ ਸਮੇਂ ਦੀ ਨੌਜਵਾਨ ਪੀੜ੍ਹੀ ਇਸ ਪਾਸੇ ਸਿੱਝੇ ਆ ਰਹੀ ਆ। ਆਉਣ ਵਾਲੇ ਸਮੇਂ ਚੰਗਾ ਹੋਏਗਾ, ਮਾੜਾ ਨਹੀਂ ਹੋਏਗਾ ਜੀ। ਬਹੁਤ ਧੰਨਵਾਦ ਕਾਲੂ ਜੀ। ਤੁਹਾਡੇ ਵਾਸਤੇ ਤੁਹਾਡੇ ਗੋਚਰੇ ਇੱਕ ਸਵਾਲ ਨਿੱਕਾ ਜਿਹਾ ਕਿ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਸਰੋਤ ਨੇ, ਸਾਧਨ ਨੇ, ਮਾਹੌਲ ਹੈ, ਵਾਤਾਵਰਣ ਹੈ, ਜ਼ਮੀਨ ਹੈ,
ਕੀ ਕਾਰਨ ਹੈ ਕਿ ਜਦੋਂ ਅਸੀਂ ਅੰਬਾਨੀ ਅਡਾਨੀ ਦੀ ਗੱਲ ਕਰਦੇ ਹਾਂ ਕਿ ਉਹ ਦੂਜਿਆਂ ਸੂਬਿਆਂ ਦੇ ਵਿੱਚ ਹਨ, ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਐਸਟੈਬਲਿਸ਼ਡ ਬਿਜ਼ਨਸਮੈਨ ਕਿਉਂ ਨਹੀਂ ਆਪਣੇ ਪੈਰ ਜਮਾ ਸਕਿਆ, ਤੇ ਕਿਉਂ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਬਾਹਰ ਜਾਂਦੇ ਨੇ ਕਿ ਜਦ ਕਿ ਉਹ ਪੰਜਾਬ ਵਿੱਚ ਉਹਨਾਂ ਨੂੰ ਕੋਈ ਡਿਵੈਲਪਮੈਂਟ ਕਰਨੀ ਚਾਹੀਦੀ ਆ। ਪੱਟੀ ਸਾਹਿਬ ਦਾ ਵੀ ਇੱਕ ਵਧੀਆ ਹੈ ਬਿਆਨ, ਪਰ ਕਿਹੜਾ ਬੰਦਾ ਹੈ ਜਿਹਨੇ ਉਹ ਜਿਹੜੀਆਂ ਕਾਨੂੰਨ ਦੀਆਂ ਕਿਤਾਬਾਂ ਨੂੰ ਪੰਜਾਬੀ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਆ? ਤੋ ਗੱਲ ਮੇਰੇ ਖਿਆਲ ਇਹ ਪੰਜਾਬੀਆਂ ਦੇ ਸਿਰ ਤੇ ਵੀ ਆ ਜਾਂਦੀ ਹੈ। ਕਾਲੂ ਸਾਹਿਬ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਦੇਖੋ ਮਾਲ ਸਾਹਿਬ, ਜਿੱਥੋਂ ਤੱਕ ਤੇ ਅਬਾਨੀਆਂ ਅਡਾਨੀਆਂ ਦੀ ਗੱਲ ਹੈ, ਉਹਨਾਂ ਪੰਜਾਬ 'ਚ ਇਨਵੈਸਟਮੈਂਟ ਕੀਤੀ ਹੋਈ ਆ। ਅਡਾਨੀ ਦੇ ਸੈਲੋ ਐਰਕਾਂ ਸਾਰੇ ਕਣਕ ਨਾਲ ਭਰੇ ਹੋਏ ਆ, ਔਰ ਸਾਰੇ ਦੇ ਸਾਰੇ ਰੇਲਵੇ ਲਾਈਨ ਦੇ ਨੇੜੇ ਨੇ, ਉੱਥੇ ਉਹਨੂੰ ਬੰਦੇ ਲਾਉਣ ਦੀ ਜ਼ਰੂਰਤ ਨਹੀਂ ਹੈ। ਟਰਾਲੀਆਂ ਆਉਂਦੀਆਂ ਨੇ, ਆਟੋਮੈਟਿਕਲੀ ਮਸ਼ੀਨਾਂ ਨਾਲ ਛਾਣੀ ਜਾਂਦੀ ਆ, ਮਸ਼ੀਨਾਂ ਨਾਲ ਭਰੀ ਜਾਂਦੀ ਐਲੀਵੇਟਰ ਤੇ ਉਹਨਾਂ ਦੇ ਕੋਲ ਰੇਲ ਦਾ ਰੈਕ ਲੱਗ ਜਾਣਾ, ਤੇ ਰੇਲ ਦੇ ਵਿੱਚ ਆਟੋਮੈਟਿਕਲੀ ਮਸ਼ੀਨਾਂ ਨੇ ਲੋਡ ਕਰ ਦੇਣੀਆਂ। ਇਨਵੈਸਟਮੈਂਟ ਉਹਨਾਂ ਕਰ ਲਈ, ਪੰਜਾਬ ਦਾ ਅਨਾਜ ਵੀ ਲੈ ਜਾਣਾ, ਲੇਕਿਨ ਇੰਪਲਾਇਮੈਂਟ ਨਹੀਂ ਦੇਣੀ, ਨਾ ਉਹਨਾਂ ਜਨਰੇਟ ਕੀਤੀ ਹੈ। ਇਸੇ ਤਰ੍ਹਾਂ ਬਾਕੀ ਕਾਰੋਬਾਰ ਉਹਨਾਂ ਸਵਾਲ ਤੁਹਾਡਾ ਇਹ ਸੀ ਕਿ ਉਹਨਾਂ ਇਨਵੈਸਟਮੈਂਟ ਕਰਕੇ ਇੰਪਲਾਇਮੈਂਟ ਕਿਉਂ ਨਹੀਂ ਜਨਰੇਟ ਕੀਤੀ। ਨਹੀਂ, ਪੰਜਾਬ ਦੇ ਵਿੱਚ ਕੋਈ ਪੰਜਾਬੀ ਇਹੋ ਜਿਹਾ ਬਿਜ਼ਨਸ ਕਿਉਂ ਨਹੀਂ ਸਟੈਬਲਿਸ਼ ਕਰ ਸਕਿਆ? ਹਾਲੇ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰਦੇ, ਕੈਨੇਡਾ, ਅਮਰੀਕਾ, ਯੂਰਪ ਦੀ ਗੱਲ ਕਰਦੇ ਆ, ਕਿੱਡੇ ਕਿੱਡੇ ਬਿਜ਼ਨਸ ਆਪਣੇ ਪੰਜਾਬੀਆਂ ਨੇ ਬਣਾ ਲਏ ਹਨ। ਪੰਜਾਬ ਦੇ ਵਿੱਚ ਕੀ ਕਾਰਨ ਹੈ ਕਿ ਇਹੋ ਜਿਹਾ ਬਿਜ਼ਨਸ ਕੋਈ ਐਸਟੈਬਲਿਸ਼ ਨਹੀਂ ਹੋ ਸਕਿਆ? ਮਾਲ ਸਾਹਿਬ, ਬੜੀ ਸਿੱਧੀ ਜੀ ਗੱਲ ਹੈ, ਪੰਜਾਬੀਆਂ ਦਾ ਕਲਚਰ ਅਸੀਂ ਮਾਣ ਨਾਲ ਝੂਠ ਜਿੰਨਾ ਮਰਜ਼ੀ ਬੋਲ ਲਈਏ, ਪੰਜਾਬੀ ਸਿਰੇ ਦੇ ਭ੍ਰਿਸ਼ਟਾਚਾਰ ਹੋ ਚੁੱਕੇ ਆ। ਪੰਜਾਬੀਆਂ ਦਾ ਕੋਈ ਦਫ਼ਤਰ ਲੈ ਲਓ, ਸਿਰੇ 'ਚ ਕੰਮ ਚੜ੍ਹਦਾ ਹੀ ਨਹੀਂ, ਜੋ ਮਰਜ਼ੀ ਕਰ ਲਓ। ਕਹਿਣ ਨੂੰ ਅਸੀਂ ਗੁਰਦੁਆਰੇ ਰੋਜ਼ ਮੱਥੇ ਟੇਕਦੇ ਹਾਂ, ਲੇਕਿਨ ਕੁਰਸੀ ਤੇ ਬਹਿ ਕੇ ਅਸੀਂ ਪਹਿਲਾਂ ਸਾਮੀ ਭਾਲਦੇ ਹਾਂ ਵੀ ਕਿਹੜੀ ਸਾਮੀ ਅੱਜ ਆਉਂਦੀ। ਜੇ ਪੰਜਾਬ 'ਚੋਂ ਇੰਡਸਟਰੀ ਉੱਠ ਕੇ ਗਈ ਹੈ ਹਿਮਾਚਲ 'ਚ, ਤਾਂ ਗਈ ਉੱਥੇ ਇਮਾਨਦਾਰੀ ਸੀ। ਜੇ ਜੰਮੂ ਕਸ਼ਮੀਰ 'ਚ ਗਈ ਹੈ ਤਾਂ ਗਈ ਉੱਥੇ ਇਮਾਨਦਾਰੀ ਸਰਕਾਰ ਸੀ, ਇੱਕ ਸਿੰਗਲ ਵਿੰਡੋ ਸਿਸਟਮ ਤੇ ਕੰਮ ਹੁੰਦਾ ਸੀ। ਅਸੀਂ ਲੋਕਾਂ ਨੇ ਇੱਥੋਂ ਉਠਾਇਆ, ਜਿਹੜਾ ਸਾਡਾ ਇੰਸਪੈਕਟਰੀ ਰਾਜ ਸੀਗਾ, ਜੋ ਸਾਨੂੰ ਸਿਸਟਮ ਬਣਾ ਕੇ ਦਿੱਤਾ ਗਿਆ, ਉਸ ਸਿਸਟਮ 'ਚ ਕੰਮ ਕਰਦਿਆਂ ਸਰਕਾਰ ਦੀਆਂ ਅਣਗਹਿਲੀਆਂ ਵੀ ਜ਼ਰੂਰ ਸੀ, ਲੇਕਿਨ ਨਾਲ ਦੀ ਨਾਲ ਸਾਡੇ ਲੋਕਾਂ ਦਾ ਭ੍ਰਿਸ਼ਟ ਸਿਸਟਮ। ਤੁਸੀਂ ਕੱਲ ਪਰਸੋਂ ਦੀ ਅਖਬਾਰ ਪੜ੍ਹੀ ਹੋਣੀ ਆ ਕਿ ਫਿਰੋਜ਼ਪੁਰ ਦੇ ਵਿੱਚ 4 ਫੂਡ ਸਪਲਾਈ ਇੰਸਪੈਕਟਰ ਰਲ ਕੇ ਹਜ਼ਾਰਾਂ ਕਰੋੜਾਂ ਦੀ ਕਣਕ ਗਾਇਬ ਕਰ ਗਏ। ਜਿੱਥੇ ਕਣਕ ਲਾਉਣੀ ਹੋਵੇ ਲੱਕੜ ਦੇ ਰਹਿ ਗਈ, ਲਾਈ ਗਏ, 4 ਚਫੇਰੇ ਬੋਰੀਆਂ ਲਾਤੀਆਂ। ਜਦੋਂ ਸਾਡੀ ਭਾਵਨਾ ਇਸ ਤਰ੍ਹਾਂ ਦੀ ਆ, ਅਸੀਂ ਪੈਸੇ ਲੈ ਲੈ ਕੇ ਕੰਮ ਕਰਨੇ ਆ, ਰਿਸ਼ਵਤਖੋਰੀ ਦਾ ਕੰਮ ਕਰਨੇ ਆ। ਮੈਂ ਆਪ ਜੀ ਨੂੰ ਐਗਜ਼ਾਮਪਲ ਦੇ ਦਿੰਦਾ, ਤੁਹਾਡੀ ਗੱਲ ਦਾ ਜਵਾਬ ਵਿੱਚ ਮਿਲ ਜਾਏਗਾ। ਅੱਜ ਤੋਂ 10 ਕੁ ਸਾਲ ਪਹਿਲਾਂ ਕੋਈ ਸਰਕਾਰ ਸੀ ਪੰਜਾਬ 'ਚ, ਮੈਂ ਨਾਂ ਨਹੀਂ ਲੈਂਦਾ ਕਿਹਦੀ ਸੀ, ਇੱਕ ਬੂਟ ਲਾਉਣ ਦੀ ਫੈਕਟਰੀ ਆਈ, ਇੰਟਰਨੈਸ਼ਨਲ ਲੈਵਲ ਦੇ ਬੂਟ ਬਣਾਉਂਦੀ ਆ। ਕਹਿੰਦੇ ਇੱਥੇ ਬੂਟ ਲਾਉਣੇ ਆ, ਤੇ ਉਹਨਾਂ ਨੂੰ ਸੰਬੰਧਿਤ ਮੰਤਰੀ ਕਹਿੰਦਾ ਵੀ ਇੱਕ ਬੂਟ 'ਚੋਂ ਕਿੰਨੇ ਪੈਸੇ ਬਚ ਜਾਂਦੇ ਆ? ਉਹ ਕਹਿੰਦੇ ਕਿ 10 ਰੁਪਏ ਬਚਦੇ ਆ। ਕਹਿੰਦਾ ਫਿਰ ਰੁਪਈਆ ਮੇਰਾ ਰੱਖ ਲਓ, ਫਿਰ ਲਾ ਲਓ। ਉਹ ਪੰਜਾਬ 'ਚ ਦੌੜ ਗਿਆ, ਜਾ ਕੇ ਹਰਿਆਣੇ ਚ ਲਾ ਲਈ, ਅੱਜ ਵੀ ਲੱਗੀ ਹੋਈ ਜਮਨਾਨਗਰ ਚ ਫੈਕਟਰੀ। ਉਹ ਚਲੋ ਠੀਕ ਹੈ ਕਾਲੂ ਸਾਹਿਬ ਜੀ, ਇਹ ਕਾਰਨ ਨੇ, ਇਹ ਵਿਚਾਰ ਨੂੰ ਜਦੋਂ ਸਾਡੇ ਕੋਲ ਆਪਾਂ ਹੁਣ ਆਵਾਂਗੇ ਕਿ ਕੀ ਹੋ ਸਕਦਾ। ਇੱਕੋ ਲਾਈਨ 'ਚ ਖਤਮ ਕਰਾਂਗਾ। ਸੈਂਕੜੇ ਲੋਕ ਫੋਨ ਕਰਦੇ ਨੇ, ਪੰਜਾਬ 'ਚ ਇਨਵੈਸਟ ਕਰਨਾ ਚਾਹੁੰਦੇ ਆ, ਪੰਜਾਬ ਦਾ ਮਾਹੌਲ ਨਹੀਂ ਸਾਜ਼ਗਾਰ ਹੈਗਾ। ਵਾਹ ਬਲਦੇਵ ਜੀ, ਤੁਸੀਂ ਕੀ ਸੋਚਦੇ ਆ ਕਿ ਪੰਜਾਬ 'ਚ ਕੀ ਹੋਣਾ ਚਾਹੀਦਾ? ਵੇ ਫੋਰਵਰਡ ਕੀ ਹੈਗਾ ਕਿ ਲੋਕਾਂ ਨੂੰ ਕਿਹੋ ਜਿਹਾ ਉਤਸ਼ਾਹ ਮਿਲਣਾ ਚਾਹੀਦਾ ਕਿ ਬਿਜ਼ਨਸ ਕਰਨ? ਤੁਹਾਨੂੰ 1 ਮਿੰਟ ਦਿੱਤਾ ਜਾਂਦਾ, ਫਿਰ ਅਸੀਂ ਬਾਕੀ ਮਹਿਮਾਨਾਂ ਨੂੰ 1 ਮਿੰਟ ਹੋਰ ਦੇਵਾਂਗੇ ਕਿ ਕੀ ਵੇ ਫੋਰਵਰਡ ਕੀ ਹੈਗਾ, ਇਹਦਾ ਇਲਾਜ ਕੀ, ਇਹਦਾ ਹੱਲ ਕੀ ਹੈਗਾ? ਕੀ ਇਹ ਹੋ ਸਕਦਾ ਕਿ ਹਲੇ ਵੀ ਸਾਨੂੰ ਅਗਲਾ ਸਾਲ ਜਾਂ ਹੋਰ 75 ਸਾਲ ਉਡੀਕ ਕਰਨੀ ਪਵੇਗੀ? ਬਲਦੇਵ ਜੀ। ਚੰਦਰਪਾਲ ਜੀ, ਬਿਲਕੁਲ ਇਹ ਹੋ ਸਕਦਾ ਜਿਹੜਾ ਤੁਸੀਂ ਸਵਾਲ ਪੁੱਛਿਆ, ਤੇ ਮੈਂ ਥੋੜਾ ਜਿਹਾ ਵਾਪਸ ਜਾਣਾ ਚਾਹੂੰਗਾ। ਪੱਟੀ ਸਾਹਿਬ ਨੇ ਜੋ ਕੁਝ ਕਿਹਾ ਹੈਗਾ, ਉਹ ਕਹਿੰਦੇ ਕਿ ਚੰਦਰਪਾਲ ਜੀ 1 ਮਿੰਟ, ਜਿਹੜੀ ਉਹ ਕਹਿੰਦੇ ਜੀ ਅੰਗਰੇਜ਼ੀ ਸਾਡੀ ਮਜਬੂਰੀ ਆ ਕਿ ਇਹ ਇੰਟਰਨੈਸ਼ਨਲ ਲੈਂਗੁਏਜ ਹੈਗੀ ਆ। ਅਸੀਂ ਮੱਲੋ ਮੱਲੀ ਜਿਹੜੇ ਭਾਰਤੀ ਆ ਇਸ ਭਾਸ਼ਾ ਦੇ ਅਪੋਲੋਜਿਸਟ ਬਣਦੇ ਹੈਗੇ ਆ, ਔਰ ਬਣਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਤਾਂ ਦੇਖੋ ਕਿ ਬਾਹਰ ਕੀ ਹੋ ਰਿਹਾ ਹੈਗਾ, ਬਾਹਰ ਆਪੋ ਆਪਣੀਆਂ ਭਾਸ਼ਾਵਾਂ ਦੀ ਕੀ ਇੱਜ਼ਤ ਹੋ ਰਹੀ ਹੈਗੀ ਆ। ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਭਾਰਤ ਦੇ ਵਿੱਚ ਅੰਗਰੇਜ਼ੀ ਜਿਹੜੀ ਆ ਨਹੀਂ ਪੜ੍ਹਨੀ ਚਾਹੀਦੀ, ਬਿਲਕੁਲ ਪੜ੍ਹੋ, ਲੇਕਿਨ ਅੰਗਰੇਜ਼ੀ ਦੇ ਭਾਰਤੀਆਂ ਨੂੰ ਸਿਰਫ ਤੇ ਸਿਰਫ ਇੱਕੋ ਹੀ ਭਾਸ਼ਾ ਆਉਂਦੀ ਆ, ਉਹ ਅੰਗਰੇਜ਼ੀ। ਫਰਾਂਸੀਸੀ ਕਿਉਂ ਨਹੀਂ ਪੜ੍ਹਦੇ, ਜਰਮਨ, ਰੂਸੀ, ਚੀਨੀ ਕਿਉਂ ਨਹੀਂ ਪੜ੍ਹਦੇ ਹੈਗੇ? ਚੰਦਰਪਾਲ ਜੀ 1 ਮਿੰਟ ਮੈਂ ਖਤਮ ਕਰ ਦਿੰਦਾ। ਇਹਦੇ ਨਾਲ ਹੀ ਕਨੈਕਟਡ
ਇਹਦੇ ਨਾਲ ਹੀ ਸੰਬੰਧ ਹੈਗਾ ਪੰਜਾਬ ਦੀ ਜਾਂ ਭਾਰਤ ਦੀ ਤਰੱਕੀ ਦਾ। ਜਿੰਨਾ ਚਿਰ ਇਹ ਮਾਨਸਿਕ ਉਲਝਣਾ ਭਾਰਤੀ ਜਾਂ ਪੰਜਾਬੀ ਖਤਮ ਨਹੀਂ ਕਰ ਸਕਦੇ, ਉਹਨਾਂ ਚਿਰ ਕਦੇ ਵੀ ਇਹਨਾਂ ਦੀ ਤਰੱਕੀ ਨਹੀਂ ਹੋ ਸਕਦੀ। ਜਿਹੜੀ ਉਲਝਣ ਆ ਨਾ ਅੰਗਰੇਜ਼ੀ ਪੜ੍ਹਨ ਦੀ ਔਰ ਮਾਧਿਅਮ ਬਣਾ ਕੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੀ, ਉਹਦੇ ਵਿੱਚ ਖਰਾਬੀ ਆ, ਨਾ ਕਿ ਇੱਕ ਭਾਸ਼ਾ ਪੜ੍ਹਨ ਦੇ ਵਿੱਚ ਖਰਾਬੀ ਹੈਗੀ ਆ। ਠੀਕ ਹੈ, ਮੈਂ ਹੁਣ ਆਪਣੇ ਮਹਿਮਾਨਾਂ ਤੋਂ ਪੱਟੀ ਜੀ ਮੈਂ ਤੁਹਾਨੂੰ ਖਿਮਾ ਚਾਹਾਂਗਾ ਕਿ ਸਮਾਂ ਸਾਡਾ ਪੂਰਾ ਸਮਾਂ ਸਾਡਾ ਅੱਧਾ ਮਿੰਟ ਦੀ ਗੱਲ ਕਰਨੀ ਚਾਹੁੰਦਾ ਜੀ। ਜਿਹੜੀ ਤੁਸੀਂ ਪੰਜਾਬ ਦੇ ਵਿੱਚ ਗੱਲ ਕੀਤੀ ਹੈ ਨਾ ਵੀ ਇੱਥੇ ਇੰਡਸਟਰੀ ਕਿਉਂ ਨਹੀਂ ਆ ਰਹੀ, ਉਹਦਾ ਕਾਰਨ ਇੱਕ ਮਹੀਨੇਗਾ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਇਹ ਬਕਾਇਦਾ ਤੌਰ ਤੇ ਬੰਬੇ ਗਏ, ਇਹਨਾਂ ਦੇ ਉੱਥੇ ਵਪਾਰੀ ਵੀ ਇਕੱਠੇ ਕੀਤੇ, ਇੰਡਸਟਰੀਅਲਿਸਟ ਵੀ ਕਿੱਥੇ, ਉੱਥੇ ਅਡਾਨੀ ਅੰਬਾਨੀ ਦੇ ਬੰਦੇ ਬੈਠੇ ਸੀ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਤੁਸੀਂ ਸਾਨੂੰ ਸਾਡੇ ਉੱਥੇ ਆ ਕੇ ਇੰਡਸਟਰੀ ਲਾਓ, ਤੁਸੀਂ ਡਿਵੈਲਪ ਕਰੋ ਪੰਜਾਬ ਨੂੰ, ਆ ਕੇ ਤੁਹਾਨੂੰ ਅਸੀਂ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵਾਂਗੇ। ਤੇ ਉੱਥੇ ਬਕਾਇਦਾ ਤੌਰ ਤੇ ਅਡਾਨੀ ਦਾ ਬੰਦਾ ਬੈਠਾ ਸੀ, ਕਹਿੰਦਾ ਸੀ ਕੈਪਟਨ ਸਾਹਿਬ £3.25 ਰੁਪਏ ਦੇ ਹਿਸਾਬ ਨਾਲ ਕਿੰਨੀ ਬਿਜਲੀ ਲੈਣੀ ਤੁਸੀਂ। ਸਾਡਾ ਪੰਜਾਬ ਜਿਹੜਾ ਐਗਰੋ ਬੇਸਡ ਹੈ, ਇੱਥੇ ਐਗਰੋ ਬੇਸਡ ਇੰਡਸਟਰੀਆਂ ਲੱਗਣੀਆਂ ਚਾਹੀਦੀਆਂ ਤੇ ਸਾਨੂੰ ਆਖਰਕਾਰ ਕੋਆਪਰੇਟਿਵ ਸੁਸਾਇਟੀਆਂ ਬਣਾਉਣੀਆਂ ਪੈਣਗੀਆਂ। ਅੱਜ ਦੀ ਕੱਲ ਦੀ ਬਸ ਬਣਾਉਣੀ ਪੈਣਗੀਆਂ। ਜਿੱਦਣ ਅਸੀਂ ਬਣਾਵਾਂਗੇ ਅਸੀਂ ਦੇਸ਼ ਤੋਂ ਸਭ ਤੋਂ ਮੂਹਰੇ ਹੋਵਾਂਗੇ, ਉਹ ਤਾਂ ਦੱਸ ਦਿਆਂਗੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਨਾਲ ਦੀ ਨਾਲ ਆਪਾਂ ਇਹ ਵੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਯੂਰਪ ਦੀ ਗੱਲ ਕਰਦੇ ਹਾਂ, ਜਰਮਨ, ਫਰਾਂਸ, ਸਪੇਨ ਦੀ ਗੱਲ ਕਰਦੇ ਹਾਂ, ਪੁਰਤਗਾਲ ਦੀ ਗੱਲ ਕਰਦੇ ਹਾਂ, ਉਹਨਾਂ ਮੁਲਕਾਂ ਦੀ ਆਪਣੀਆਂ ਭਾਸ਼ਾਵਾਂ ਨੇ। ਉਹ ਆਪਣੀ ਭਾਸ਼ਾ ਵਿੱਚ, ਮਾਤ ਭਾਸ਼ਾ ਵਿੱਚ ਸਾਰੀ ਜਿਹੜੀ ਵਿੱਦਿਆ ਆ, ਚਾਹੇ ਵਿਗਿਆਨ ਹੈ, ਉਹ ਦਿੰਦੇ ਨੇ। ਚੀਨ ਦੇ ਵਿੱਚ ਆਪਾਂ ਦੇਖ ਲਈਏ, ਰੂਸ ਵਿੱਚ ਦੇਖ ਲਈਏ, ਕਿਤੇ ਵੀ ਅੰਗਰੇਜ਼ੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ। ਇਹਦਾ ਮਤਲਬ ਇਹ ਨਹੀਂ, ਜਿਵੇਂ ਬਲਦੇਵ ਜੀ ਨੇ ਕਿਹਾ, ਕਿ ਉਹ ਅੰਗਰੇਜ਼ੀ ਨਹੀਂ ਪੜ੍ਹਦੇ ਹੋਣਗੇ। ਕਾਲੋ ਸਾਹਿਬ ਜੀ ਨੇ ਵੀ ਵਧੀਆ ਗੱਲ ਕਹੀ ਆ ਕਿ ਜਿੰਨਾ ਚਿਰ ਸਾਡੇ ਲੋਕਾਂ ਦੇ ਵਿੱਚ ਜਿਹੜੀ ਭਾਵਨਾ ਹੈਗੀ ਕਿ ਅਸੀਂ ਦੇਸ਼ ਵਾਸਤੇ ਕੁਝ ਕਰਨਾ ਚਾਹੀਦਾ। ਦੂਜੇ ਪਾਸੇ ਦੇਖਦੇ ਆ ਕਿ ਜਿਹੜੀ ਕਿਸਾਨਾਂ ਨੂੰ ਦਿੱਤੀ ਜਿਹੜੀ ਬਿਜਲੀ ਆ ਮੁਫਤ, ਪਹਿਲਾਂ ਭੱਠਲ ਜੀ ਨੇ, ਮੇਰੇ ਖਿਆਲ ਰਜਿੰਦਰ ਕੌਰ ਭੱਠਲ ਨੇ 7 ਏਕੜਾਂ ਦੇ ਮਾਲਕਾਂ ਨੂੰ ਦਿੱਤੀ ਸੀ, ਤੇ ਉਸ ਤੋਂ ਬਾਅਦ ਬਾਦਲਾਂ ਨੇ ਫਿਰ ਆਪਣੀ ਜ਼ੋਰ ਪਾ ਕੇ ਜਿਨ੍ਹਾਂ ਦੇ ਕੋਲ ਸੈਂਕੜੇ ਏਕੜ ਸਨ, ਉਹਨਾਂ ਨੇ ਫ੍ਰੀ ਕਰ ਲਈ ਬਿਜਲੀ, ਤਾਂ ਕਿ ਜਿਹੜਾ ਖਜ਼ਾਨਾ ਹੈ ਉਹ ਖਾਲੀ ਰਹੇ ਪੰਜਾਬ ਦਾ। ਮੇਰੇ ਖਿਆਲ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਤੁਹਾਡੇ ਜਜ਼ਬੇ ਨੇ, ਬਹੁਤ ਤੁਹਾਡੇ ਸੁਪਨੇ ਨੇ, ਉਹਨਾਂ ਨੂੰ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਗੱਲਬਾਤ ਲੈ ਕੇ ਆਵਾਂਗੇ, ਗੱਲਬਾਤ ਕਰਾਂਗੇ। ਭਾਵ ਕਿ 75 ਸਾਲ ਤੋਂ ਬਾਅਦ ਕਿਹੋ ਜਿਹਾ ਮਾਹੌਲ ਹੈਗਾ, ਜਾਂ ਪੰਜਾਬ ਦੇ ਖਾਸ ਤੌਰ ਤੇ ਪੰਜਾਬ ਦੇ ਖਿੱਤੇ ਦੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਿੱਦਾਂ ਹੋ ਸਕਦੀ ਆ, ਪੰਜਾਬ ਦੇ ਵਿੱਚ ਬਿਜ਼ਨਸ ਨੂੰ ਜਾਂ ਵਿਗਿਆਨ ਨੂੰ ਕਿੱਦਾਂ ਅਸੀਂ ਹੱਲਾਸ਼ੇਰੀ ਦੇ ਸਕਦੇ ਹਾਂ। ਤੋਂ ਇਹਨਾਂ ਸ਼ਬਦਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਡਾਕਟਰ ਗੁਰਕਪਾਲ ਸਿੰਘ ਜੀ ਕਾਲੋ, ਜਸਵੀਰ ਸਿੰਘ ਜੀ ਪੱਟੀ ਤੇ ਡਾਕਟਰ ਬਲਦੇਵ ਸਿੰਘ ਜੀ ਪਿੰਡੋਲਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 10 ਲੱਖ ਸ਼ਹੀਦਾਂ ਨੂੰ ਸ਼ਰਧਾ ਪੇਸ਼ ਕਰਦੇ ਹਾਂ ਜੀ। ਧੰਨਵਾਦ ਜੀ, ਬਹੁਤ ਬਹੁਤ।